Yes, please. Good morning, sir. Good morning, Karanji. Good morning, sir. Good morning, नमस्कार सर। जी. Namaskar. Good सत श्री morning. अकाल सर। गुड मॉर्निंग Sat सर। Sat Shri Akal. Good morning, everyone. Let us start. Today we will discuss paper number 6, National Examination paper number 6, CPC. ਅਸੀਂ ਪੜ੍ਹ ਰਹੇ ਸੀਗੇ ਆਰਡਰ ਨੰਬਰ 41, ਵੈਰੀ ਇੰਪੋਰਟੈਂਟ ਆਰਡਰ ਹੈਗਾ 41, ਰਿਲੇਟਡ ਵਿਦ ਅਪੀਲਸ ਫਰੋਮ ਦਾ ਓਰੀਜਨਲ ਡਿਕਰੀਜ਼। ਕੋਈ ਜਜਮੈਂਟ ਪਾਸ ਹੋਈ ਹੁੰਦੀ ਹੈ ਕਿਸੇ ਲੋਅਰ ਕੋਰਟ ਵੱਲੋਂ, ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਉਹਦੇ ਅਗੇਂਸਟ ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਮੇ ਬੀ ਪਲੈਂਟਿਵ ਮੇ ਬੀ ਡਿਫੈਂਡੈਂਟ ਜਦੋਂ ਅਪੀਲ 'ਚ ਜਾਂਦਾ ਹੈ, ਠੀਕ ਹੈ ਜੀ, ਦੈਨ ਆਰਡਰ 41 ਦੇ ਅਗੇਂਸਟ ਸਾਰੀ ਕਾਰਵਾਈ ਚੱਲਦੀ ਹੈ। ਆਰਡਰ 41 ਇਹਦੇ ਰੂਲਸ ਪੜ੍ਹ ਰਹੇ ਸੀ ਅਸੀਂ। ਰੂਲ ਨੰਬਰਸ ਰੂਲ ਨੰਬਰ 6 ਪੜ੍ਹ ਰਹੇ ਸੀਗੇ। ਰੂਲ ਨੰਬਰ 6 ਇਸ ਤੋਂ ਪਹਿਲਾਂ ਅਸੀਂ ਪੜ੍ਹਿਆ ਸੀਗਾ ਵੀ ਜੇ ਕਿਤੇ ਕਿਸੇ ਆਰਡਰ ਦੀ ਓਰੀਜਨਲ ਆਰਡਰ ਦੀ ਕੋਈ ਅਪੀਲ ਫਾਈਲ ਹੁੰਦੀ ਹੈ ਤਾਂ ਜਿਹੜੀ ਅਪੀਲ ਫਾਈਲ ਹੁੰਦੀ ਹੈ ਤਾਂ ਅਪੀਲ ਫਾਈਲ ਹੋਣ ਦੇ ਨਾਲ ਅਸੀਂ ਇਹ ਪ੍ਰਜ਼ੂਮ ਨਹੀਂ ਕਰ ਲੈਂਦੇ ਵੀ ਇਹ ਜਿਹੜੀ ਆਰਡਰ ਹੈਗਾ ਇਹਦੀ ਐਗਜ਼ੀਕਿਊਸ਼ਨ ਨਹੀਂ ਹੋ ਸਕਦੀ। ਜਿਹੜੀ ਡਿਗਰੀ ਪਾਸ ਕੀਤੀ ਹੈ ਓਰੀਜਨਲ ਕੋਰਟ ਨੇ ਉਹਨੂੰ ਲਾਗੂ ਨਹੀਂ ਕੀਤਾ ਜਾਣਾ ਬੰਦਾ, ਇਹ ਨਹੀਂ ਕਿਹਾ ਜਾ ਸਕਦਾ ਅਪੀਲ ਫਾਈਲ ਹੋਣ ਦੇ ਨਾਲ। ਅਕਸਰ ਪ੍ਰੈਕਟਿਸ ਦੇ ਵਿੱਚ ਤੁਹਾਨੂੰ ਪ੍ਰੋਬਲਮਸ ਇਹ ਆਉਂਦੀਆਂ ਨੇ, ਕੋਈ ਕਿਸੇ ਕੋਰਟ ਨੇ ਡਿਗਰੀ ਪਾਸ ਕੀਤੀ ਹੀ ਹੁੰਦੀ ਹੈ ਤਾਂ ਪਾਰਟੀ ਡਿਗਰੀ ਲੈ ਕੇ ਤੁਹਾਡੇ ਕੋਲੇ ਆਰਡਰ ਲੈ ਕੇ ਆਉਂਦੀ ਹੈ ਵੀ ਇਸ ਨੂੰ ਇੰਪਲੀਮੈਂਟ ਕਰੋ, ਤਾਂ ਨਾਲ ਹੀ ਜਿਹੜੀ ਦੂਜੀ ਪਾਰਟੀ ਆ ਜਾਂਦੀ ਹੈ ਆਪਣੀ ਅਪੀਲ ਦੀ ਫਾਈਲ ਦੀ ਕਾਪੀ ਲੈ ਕੇ ਵੀ ਅਸੀਂ ਅਪੀਲ ਫਾਈਲ ਕੀਤੀ ਜੀ ਇਸ ਆਰਡਰ ਦੇ ਅਗੇਂਸਟ ਤੇ ਇਹ ਇੰਪਲੀਮੈਂਟ ਨਹੀਂ ਹੋਣਾ ਚਾਹੀਦਾ। ਪਰ ਲਾਅ ਇਹ ਕਹਿੰਦਾ ਹੈ ਵੀ ਜਦੋਂ ਤੱਕ ਅਪੀਲੈਂਟ ਕੋਰਟ ਵੱਲੋਂ ਕੋਈ ਸਟੇ ਨਾ ਹੋਵੇ ਜਾਂ ਫਿਰ ਕੋਰਟ ਵੱਲੋਂ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਸਨੇ ਕੋਈ ਸਟੇ ਨਾ ਕੀਤੀ ਹੋਵੇ, ਉਦੋਂ ਤੱਕ ਅਸੀਂ ਉਸ ਆਰਡਰ ਨੂੰ ਇੰਪਲੀਮੈਂਟ ਕਰਨ ਤੋਂ ਨਹੀਂ ਰੋਕ ਸਕਦੇ। ਠੀਕ ਹੈ, ਇਹ ਇਨ ਪ੍ਰੈਕਟਿਸ ਤੁਹਾਡੇ ਕੋਲੇ ਰੂਟੀਨ ਦੇ ਵਿੱਚ ਇਹ ਪ੍ਰੋਬਲਮਾਂ ਆਉਂਦੀਆਂ ਨੇ। ਕੋਈ ਕਬਜ਼ਾ ਕਾਰਵਾਈ ਕੀਤੀ ਜਾਣੀ ਹੁੰਦੀ ਤੁਹਾਡੇ ਵੱਲੋਂ, ਕੋਈ ਆਕਸ਼ਨ ਕੀਤੀ ਜਾਣੀ ਹੁੰਦੀ ਤੁਹਾਡੇ ਵੱਲੋਂ, ਕੋਈ ਕਬਜ਼ਾ ਦਿਵਾਉਣਾ ਹੁੰਦਾ ਕਿਸੇ ਜ਼ਮੀਨ ਦਾ, ਕਿਸੇ ਡਿਗਰੀ ਦੇ ਅਗੇਂਸਟ, ਕਿਸੇ ਆਰਡਰ ਦੇ ਅਗੇਂਸਟ, ਦੂਜੀ ਪਾਰਟੀ ਅਪੀਲ ਚਲੀ ਜਾਂਦੀ ਹੈ। ਠੀਕ ਹੈ, ਤਾਂ ਤੁਸੀਂ ਕਹਿ ਸਕਦੇ ਹੋ ਵੀ ਜੇ ਸਟੇ ਹੈਗੀ ਤਾਂ ਦਿਓ, ਅਸੀਂ ਇੰਪਲੀਮੈਂਟ ਨਹੀਂ ਕਰਦੇ, ਅਦਰਵਾਈਜ਼ ਅਸੀਂ ਇੰਪਲੀਮੈਂਟ ਨਹੀਂ ਰੋਕ ਸਕਦੇ। ਇਹ ਹੈਗਾ ਲਾਅ, ਜਨਰਲ ਲਾਅ ਹੈਗਾ। ਰੂਲ ਨੰਬਰ 6 ਅਸੀਂ ਪੜ੍ਹ ਰਹੇ ਸੀ, ਸਿਕਿਉਰਿਟੀ ਇਨ ਕੇਸ ਆਫ ਆਰਡਰ ਫਾਰ ਐਗਜ਼ੀਕਿਊਸ਼ਨ ਆਫ ਡਿਗਰੀ ਅਪੀਲਡ ਫਰੋਮ। ਜੇ ਕੋਈ ਡਿਗਰੀ ਪਾਸ ਹੋਈ ਵੀ ਆ, ਆਰਡਰ ਪਾਸ ਹੋਇਆ ਹੋਇਆ ਹੈਗਾ, ਠੀਕ ਹੈ, ਉਹਨੂੰ ਅਸੀਂ ਐਗਜ਼ੀਕਿਊਟ ਕਰਨਾ ਹੈ, ਲਾਗੂ ਕਰਨਾ ਹੈਗਾ। ਉਹਦੇ ਲਈ ਸਿਕਿਉਰਿਟੀ ਮੰਗੀ ਜਾ ਸਕਦੀ ਹੈ। ਵੇਅਰ ਐਨ ਆਰਡਰ ਇਜ਼ ਮੇਡ ਫਾਰ ਦ ਐਗਜ਼ੀਕਿਊਸ਼ਨ ਆਫ ਅ ਡਿਗਰੀ from which an appeal is pending, appeal pending ਹੈਗੀ ਹੈ, the court which passed the decree shall on the sufficient cause being shown by the appellant require security to be taken for the restitution of any property। ਸਿਕਿਉਰਿਟੀ ਮੰਗੀ ਜਾ ਸਕਦੀ ਹੈ ਅਪੀਲੈਂਟ ਤੋਂ ਵੀ ਇਹ ਨਾ ਹੋਵੇ ਕਿ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਹਾਡੇ ਇਹ ਡਿਗਰੀ ਪਾਸ ਹੋਈ ਵੀ ਹੈਗੀ ਹੈ, ਬੇਸ਼ੱਕ ਤੁਸੀਂ ਉਹ ਪ੍ਰਾਪਰਟੀ ਨੂੰ ਇੱਧਰ ਉੱਧਰ ਨਾ ਕੋਈ ਵਿਅਕਤੀ ਕਰ ਦੇਵੇ, ਅਪੀਲ ਲੈ ਕੇ ਅਪੀਲ ਫਾਈਲ ਕਰਨ ਦੇ ਨਾਲ ਨਾਲ ਸਿਕਿਉਰਿਟੀ ਮੰਗੀ ਜਾ ਸਕਦੀ ਹੈ ਅਪੀਲੈਂਟ ਤੋਂ। ਪੇਮੈਂਟ ਆਫ ਦਾ ਵੈਲਿਊ, ਕਿੰਨੀ ਪੇਮੈਂਟ ਦੀ ਵੈਲਿਊ ਦੀ, ਜਿੰਨੀ ਜਿਸ ਪ੍ਰਾਪਰਟੀ ਦੇ ਅਗੇਂਸਟ ਕੋਈ ਡਿਗਰੀ ਪਾਸ ਹੋਈ ਹੈ ਉਸ ਪ੍ਰਾਪਰਟੀ ਦੀ ਵੈਲਿਊ ਦੇ ਅਕੋਰਡਿੰਗ ਪੇਮੈਂਟ ਲੈ ਕੇ ਉਸ ਤੋਂ ਜਾਂ ਉਹਦੀ ਸਿਕਿਉਰਿਟੀ ਲੈ ਕੇ, ਯਾਨੀ ਕਿ ਅਪੀਲ ਫਾਈਲ ਕਰਨ ਵੇਲੇ ਸਿਕਿਉਰਿਟੀ ਲਈ ਜਾ ਸਕਦੀ ਹੈ ਉਸ ਪਰਸਨ ਤੋਂ ਜਿਹੜਾ ਅਪੀਲ ਫਾਈਲ ਕਰਦਾ ਹੈ। ਕਿਸ ਦੇ ਅਗੇਂਸਟ? ਜਿਹਦੀ ਪ੍ਰਾਪਰਟੀ ਦੇ ਅਗੇਂਸਟ ਕੋਈ ਆਰਡਰ ਪਾਸ ਹੋਇਆ ਹੈਗਾ ਵੀ ਤਾਂ ਕਿ ਉਸ ਪ੍ਰਾਪਰਟੀ ਨੂੰ ਕੋਈ ਸੇਲ ਨਾ ਕਰ ਦੇਵੇ ਜਾਂ ਇੱਧਰ ਉੱਧਰ ਨਾ ਕਰ ਦੇਵੇ, ਇਸ ਕਰਕੇ ਉਹ ਤੋਂ ਡਿਗਰੀ ਨੂੰ ਲਾਗੂ ਕਰਨ ਦੀ ਬਜਾਏ ਡਿਗਰੀ ਨੂੰ ਲਾਗੂ ਅਪੀਲ ਤਦ ਹੀ ਸੁਣੀ ਜਾਂਦੀ ਹੈ ਜਦੋਂ ਉਹ ਬੰਦਾ ਸਿਕਿਉਰਿਟੀ ਦਿੰਦਾ ਹੈਗਾ। ਜੇ ਕੋਰਟ ਚਾਹੁੰਦੀ ਹੈ ਤਾਂ ਸਿਕਿਉਰਿਟੀ ਲੈ ਸਕਦੀ ਹੈ ਅਪੀਲ ਫਾਈਲ ਕਰਨ ਵੇਲੇ। ਪੇਮੈਂਟ ਆਫ ਦਾ ਵੈਲਿਊ ਸੱਚ ਪ੍ਰੋਪਰਟੀ ਐਂਡ ਫਾਰ ਦਾ ਡਿਊ ਪਰਫਾਰਮੈਂਸ ਆਫ ਡਿਗਰੀ ਔਰ ਆਰਡਰ ਆਫ ਦਾ ਅਪੀਲੈਂਟ ਕੋਰਟ, ਮੇ ਵੀ ਜਿਹੜੀ ਅਪੀਲੈਂਟ ਕੋਰਟ ਹੈ ਉਹ ਵੀ ਇਹਦੇ ਖਿਲਾਫ ਡਿਗਰੀ ਪਾਸ ਕਰ ਦੇਵੇ, ਆਰਡਰ ਪਾਸ ਕਰ ਦੇਵੇ। ਠੀਕ ਹੈ, ਇਸ ਕਰਕੇ ਸਿਕਿਉਰਿਟੀ ਪਹਿਲਾਂ ਲੈ ਲਈ ਜਾਂਦੀ ਹੈ ਅਪੀਲੈਂਟ ਕੋਰਟ ਵੱਲੋਂ। ਔਰ ਦਾ ਅਪੀਲੈਂਟ ਕੋਰਟ ਮੇ ਫਾਰ ਲਾਈਕ ਕਾਸ ਡਾਇਰੈਕਟ ਦਾ ਕੋਰਟ ਵਿਚ ਪਾਸ ਦਾ ਡਿਗਰੀ ਟੂ ਟੇਕ ਸੱਚ ਸਿਕਿਉਰਿਟੀ। ਤਾਂ ਪਰ ਜਿਹੜੀ ਅਪੀਲੈਂਟ ਕੋਰਟ ਹੈਗੀ ਹੈ ਇਹ ਸਿਕਿਉਰਿਟੀ ਲੈਣ ਲਈ ਕਿਸ ਨੂੰ ਕਹਿੰਦੀ ਹੈ? ਜਿਹੜੀ ਓਰੀਜਨਲ ਕੋਰਟ ਹੁੰਦੀ ਹੈ, ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੁੰਦੀ ਹੈ, ਠੀਕ ਹੈ, ਉਸ ਨੂੰ ਆਰਡਰ ਕੀਤਾ ਜਾਂਦਾ ਇਸ ਤੋਂ ਸਿਕਿਉਰਿਟੀ ਲਓ ਤੇ ਫਿਰ ਅਪੀਲ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਫਰਦਰ ਸਟਾਰਟ ਕਰ ਦਿੱਤੀ ਜਾਂਦੀ ਹੈ। Where an order has been made
for the sale of immovable property in execution of the degree। may भी कोई डिग्री पास हुई भी है, उस डिग्री ਦੇ ਵਿੱਚ ਕੀ ਹੈਗਾ, ਕੋਈ ਪ੍ਰੋਪਰਟੀ ਸੇਲ ਕੀਤੀ ਜਾਣੀ ਹੈ, and an appeal is pending, ਪਰ appeal pending ਹੈਗੀ ਹੈ from such degree। the sale shall on the application of the judgment debtor to the court which made the order be stayed on such terms as to giving security। ਜੇ ਜਿਹੜੀ ਜਿਹੜਾ ਹੈਗਾ ਜਿਹਦੀ ਪ੍ਰੋਪਰਟੀ ਸੇਲ ਹੋਣੀ ਹੈ, ਜੋ ਉਸ ਅਮਾਉਂਟ ਦੀ ਕੋਈ ਪ੍ਰੋਪਰਟੀ ਪੇਮੈਂਟ ਜਿਹੜੀ ਹੈਗੀ ਜਾਂ ਸਿਕਿਉਰਿਟੀ ਦੇ ਦਿੰਦਾ, ਜਾਂ ਪੈਸੇ ਜਮ੍ਹਾਂ ਕਰਵਾਉਂਦਾ, ਜਾਂ ਸਿਕਿਉਰਿਟੀ ਦੇ ਦਿੰਦਾ, ਅਪੀਲ ਫਾਈਲ ਵੀ ਕਰਦਾ ਹੈ ਤੇ ਸਿਕਿਉਰਿਟੀ ਵੀ ਦੇ ਦਿੰਦਾ, ਤਾਂ ਜਿਹੜੀ ਹੈਗੀ ਹੈ ਕੋਰਟ ਵੱਲੋਂ ਜਿਹੜੀ ਸਟੇ ਕੀਤੀ ਜਾ ਸਕਦੀ ਹੈ। ਵੀ ਸਟੇਡ ਔਨ ਸਚ ਟਰਮਸ ਐਜ਼ ਟੂ ਗਿਵਿੰਗ ਸਿਕਿਉਰਿਟੀ ਔਰ ਅਦਰਵਾਈਜ਼ ਐਜ਼ ਦ ਕੋਰਟ ਥਿੰਕਸ ਫਿਟ ਅੰਟਿਲ ਦ ਅਪੀਲ ਇਜ਼ ਡਿਸਪੋਜ਼ਡ ਆਫ। ਜਦੋਂ ਤੱਕ ਅਪੀਲ ਫਾਈਲ ਨਹੀਂ, ਜਦੋਂ ਤੱਕ ਅਪੀਲ ਦਾ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਜਿਹੜੀ ਪ੍ਰੋਪਰਟੀ ਦੇ ਜਿਹੜੀ ਸਟੇ ਹੈ ਕੋਰਟ ਵੱਲੋਂ ਲਗਾਈ ਜਾ ਸਕਦੀ ਹੁੰਦੀ ਹੈ, ਉਹ ਤੋਂ ਸਿਕਿਉਰਿਟੀ ਲੈ ਕੇ। ਫਿਰ ਨਾਲ ਹੀ ਰੂਲ ਨੰਬਰ 7 'ਚ ਕੀ ਕਿਹਾ ਗਿਆ, ਇਹ ਵੈਸੇ ਤਾਂ ਇਹ ਰਿਪੀਲ ਹੋ ਚੁੱਕਿਆ ਹੈ। ਰੂਲ ਨੰਬਰ 7, no security to be required from the government or the public officer in certain cases। ਕੋਈ ਗਵਰਨਮੈਂਟ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੁੰਦੀ, ਜਦੋਂ ਕੋਈ ਸਰਕਾਰ ਕਿਸੇ ਅਪੀਲ ਦੇ ਵਿੱਚ ਜਾਂਦੀ ਹੈ ਤਾਂ ਸਰਕਾਰ ਤੋਂ ਜਿਹੜੀ ਇੱਦਾਂ ਦੀ ਸਿਕਿਉਰਿਟੀ ਨਹੀਂ ਮੰਗੀ ਜਾਂਦੀ, ਔਰ ਇਹ ਰੂਲ ਜਿਹੜਾ ਹੈਗਾ ਰਿਪੀਲ ਹੋ ਚੁੱਕਿਆ। ਨੈਕਸਟ ਹੈਗਾ ਰੂਲ ਨੰਬਰ 7, exercise of powers in appeal। exercise of powers in appeal from order made in execution of a degree। in appeal from order made in execution of a degree, the power conferred by rule 5 and 6 shall be exercisable where appeal may be or has been preferred not from the decree but from an order made in execution of such decree। ਐਗਜੀਕਿਊਸ਼ਨ ਦੇ ਵਿੱਚ ਵੀ ਕੋਈ ਆਰਡਰ ਕੀਤਾ ਜਾ ਸਕਦਾ ਜਦੋਂ ਕੋਰਟ ਵੱਲੋਂ ਐਗਜੀਕਿਊਸ਼ਨ ਕਰਨ ਵੇਲੇ। the powers conferred by rule 5 and 6 ਜਿਹਨੇ 5006 ਦੇ ਵਿੱਚ ਕੁਝ ਪਾਵਰ ਦਿੱਤੀਆਂ ਗਈਆਂ ਕੋਰਟ ਨੂੰ, shall be exercisable where an appeal may be or has been preferred not from the decree। ਡਿਗਰੀ ਦੇ ਅਗੇਂਸਟ ਕੋਈ ਅਪੀਲ ਫਾਈਲ ਨਹੀਂ ਹੋਈ ਵੀ, ਜਿਹੜੀ ਓਰੀਜਨਲ ਡਿਗਰੀ ਪਾਸ ਹੋਈ ਵੀ ਹੈ ਉਹਦੇ ਅਗੇਂਸਟ ਕੋਈ ਅਪੀਲ ਫਾਈਲ ਨਹੀਂ ਹੋਈ, ਪਰ ਜਦੋਂ ਡਿਗਰੀ ਨੂੰ ਐਗਜੀਕਿਊਟ ਕੀਤਾ ਜਾ ਰਿਹਾ ਹੈ, ਐਗਜੀਕਿਊਸ਼ਨ ਦੇ ਦੌਰਾਨ ਜੇ ਕੋਰਟ ਵੱਲੋਂ ਕੋਈ ਆਰਡਰ ਪਾਸ ਕੀਤਾ ਗਿਆ ਹੈਗਾ, ਉਸ ਆਰਡਰ ਦੀ ਵੀ ਅਪੀਲ ਫਾਈਲ ਕੀਤੀ ਜਾਂਦੀ ਹੈ। ਠੀਕ ਹੈ, ਉਸ ਵੇਲੇ ਵੀ ਕੋਰਟ ਵੱਲੋਂ ਜਿਹੜੀ ਹੈਗੀ ਹੈ ਸਿਕਿਉਰਿਟੀ ਮੰਗੀ ਜਾ ਸਕਦੀ ਹੈ ਐਗਜੀਕਿਊਸ਼ਨ ਦੌਰਾਨ, ਮੇਬੀ ਓਰੀਜਨਲ ਆਰਡਰ ਦੀ ਕੋਈ ਅਪੀਲ ਫਾਈਲ ਨਾ ਹੋਈ ਹੋਵੇ। ਨੈਕਸਟ ਹੈ ਰੂਲ ਨੰਬਰ 9, ਰਜਿਸਟਰੀ ਆਫ ਮੈਮੋਰੰਡਮ ਆਫ ਅਪੀਲ। ਜਦੋਂ ਅਪੀਲ ਫਾਈਲ ਕੀਤੀ ਜਾਂਦੀ ਹੈ ਤਾਂ ਕਿਸ ਸ਼ੇਪ 'ਚ ਹੁੰਦੀ ਹੈ, ਇੱਕ ਮੈਮੋਰੰਡਮ ਤਿਆਰ ਕੀਤਾ ਜਾਂਦਾ ਹੈ, ਮੈਮੋਰੰਡਮ ਆਫ ਅਪੀਲ ਕਿਹਾ ਜਾਂਦਾ ਇਸ ਨੂੰ। ਜਦੋਂ ਕੋਈ ਅਪੀਲ ਫਾਈਲ ਕੀਤੀ ਜਾਂਦੀ ਹੈ ਤਾਂ ਕੋਰਟ ਫਰੋਮ ਹੂਜ਼ ਡਿਕਰੀ ਐਂਡ ਅਪੀਲ ਲਾਈਜ਼ shall entertain the memorandum of appeal and shall endorse thereon the date of presentation and shall register the appeal in the book of appeal kept for the purpose। memorandum ਦੀ ਸ਼ੇਪ ਦੇ ਵਿੱਚ ਅਪੀਲ ਫਾਈਲ ਹੁੰਦੀ ਹੈ। such book shall be called the register of appeal ਕਿਹਾ ਜਾਂਦਾ ਇਸ ਨੂੰ, ਜਿੱਥੇ ਇਹ ਐਂਟਰੀ ਪੈਂਦੀ ਹੈ ਅਪੀਲ ਦੀ। ਨੈਕਸਟ ਹੈ ਰੂਲ ਨੰਬਰ 10, appellant court may require appellant to furnish security for the cost। ਜੇ ਕੋਈ ਕਾਸਟ ਪਾਈ ਜਾਂਦੀ ਹੈ, ਅਪੀਲ ਦਾ ਫੈਸਲਾ ਹੁੰਦਾ ਹੈ, ਅਪੀਲ ਦੇ ਵਿੱਚ ਕੁਝ ਕਾਸਟ ਪੈਂਦੀਆਂ ਹੈਗੀਆਂ ਨੇ, ਉਸ ਕਾਸਟ ਨੂੰ ਕਿਹੜੀ ਪਾਰਟੀ ਮਤਲਬ ਕਿ ਅਪੀਲ ਫਾਈਲ ਕਰ ਰਹੀ ਹੈ, ਜੇ ਉਹਦੇ ਜਿਸ ਪਾਰਟੀ ਦੇ ਅਗੇਂਸਟ ਆਰਡਰ ਹੋਇਆ ਹੁੰਦਾ ਹੈ ਉਹੀ ਪਾਰਟੀ ਆ ਕੇ ਅਪੀਲ ਫਾਈਲ ਕਰਦੀ ਹੈ, ਉਹ ਤੋਂ ਕਾਸਟ ਜਿਹੜੀ ਮਤਲਬ ਕਿ ਦੂਜੀ ਪਾਰਟੀ ਨੂੰ ਕੋਈ ਕਾਸਟ ਪੈਂਦੀ ਹੈ, ਖਰਚੇ ਪੈਂਦੇ ਆ, ਹੋਰ ਪੈਂਦੇ ਆ ਕੋਰਟ ਦੇ, ਤਾਂ ਕਾਸਟ ਦੇ ਰੂਪ ਵਿੱਚ ਵੀ ਜਿਹੜੀ ਸਿਕਿਉਰਿਟੀ ਹੈਗੀ ਹੈ ਲਈ ਜਾ ਸਕਦੀ ਹੈ ਕੋਰਟ ਅਪੀਲੈਂਟ ਕੋਰਟ ਵੱਲੋਂ। ਡਿਸਕ੍ਰਿਸ਼ਨ ਹੈਗੀ ਕੋਰਟ ਦੀ। The appellant court may, in its discretion, either before the respondent is called upon to appear, ਜਦੋਂ ਰਿਸਪੋਂਡੈਂਟ ਨੂੰ ਬੁਲਾਇਆ ਗਿਆ ਜਾਂ ਤਾਂ ਉਸ ਤੋਂ ਪਹਿਲਾਂ ਜਾਂ ਰਿਸਪੋਂਡੈਂਟ ਨੂੰ ਬੁਲਾਉਣ ਤੋਂ ਬਾਅਦ, ਠੀਕ ਹੈ, ਕਿਸੇ ਵੀ ਟਾਈਮ ਤੇ ਜਿਹੜੀ ਕੋਰਟ ਹੈਗੀ ਹੈ ਸਿਕਿਉਰਿਟੀ ਮੰਗ ਸਕਦੀ ਹੈ ਅਪੀਲੈਂਟ ਤੋਂ। where the appellant resides out of India, ਜੇਕਰ ਜਿਹੜਾ ਅਪੀਲੈਂਟ ਹੈਗਾ ਅਪੀਲ ਫਾਈਲ ਕਰਨ ਵਾਲਾ ਇੰਡੀਆ ਤੋਂ ਬਾਹਰ ਰਹਿੰਦਾ ਹੋਵੇ, provided that the court shall demand such security in all the cases in which appellant is residing। ਦੇਖੋ ਇੱਥੇ ਤਾਂ 10 ਨੰਬਰ ਦੇ ਵਿੱਚ ਤਾਂ ਕਿਹਾ ਗਿਆ ਹੈਗਾ ਵੀ ਡਿਸਕ੍ਰਿਸ਼ਨ ਪਾਵਰ ਹੈਗੀ ਹੈ, ਪਰ ਜਿੱਥੇ ਕਿਤੇ ਜਿਹੜਾ ਹੈਗਾ ਅਪੀਲੈਂਟ ਹੈਗਾ ਬਾਹਰ ਰਹਿੰਦਾ ਹੈ, ਫੋਰਨ 'ਚ ਰਹਿੰਦਾ ਹੈਗਾ, ਤਾਂ ਉਸ ਜਿਹੜੀ ਹੈਗੀ ਸਿਕਿਉਰਿਟੀ ਹੈਗੀ ਹੈ ਕਾਸਟ ਵਗੈਰਾ ਦੀ ਜਿਹੜੀ ਸਿਕਿਉਰਿਟੀ ਪਹਿਲਾਂ ਲੈ ਲਈ ਜਾਂਦੀ ਹੈ। in which the appellant is residing out of India and is not possessed of any sufficient immovable property, ਨਾ ਹੀ ਉਹਦੇ ਕੋਲ ਕੋਈ ਪ੍ਰੋਪਰਟੀ ਇੰਡੀਆ ਦੇ ਵਿੱਚ ਜਿਹਨੂੰ ਅਟੈਚ ਕਰਕੇ ਜਿਹੜੀ ਕਾਸਟ ਵਗੈਰਾ ਦੀ ਰਿਕਵਰੀ ਕੀਤੀ ਜਾ ਸਕਦੀ ਹੋਵੇ, ਇਸ ਕਰਕੇ ਉਸ ਤੋਂ ਜਿਹੜੀ ਪਹਿਲਾਂ ਹੈਗੀ ਅਪੀਲ ਪਾਉਣ ਵੇਲੇ ਹੀ ਰਿਸਪੋਂਡੈਂਟ ਨੂੰ ਬੁਲਾਉਣ ਤੋਂ ਪਹਿਲਾਂ ਸਿਕਿਉਰਿਟੀ ਲੈ ਲਈ ਜਾਂਦੀ ਹੈ। where such security is not furnished
within such time as the court orders, the court shall reject the appeal. ਸਿਕਿਉਰਿਟੀ ਜਮ੍ਹਾਂ ਨਹੀਂ ਕਰਵਾਉਂਦਾ ਕੋਰਟ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਅਪੀਲ ਹੈਗੀ ਰਿਜੈਕਟ ਕਰ ਦਿੱਤੀ ਜਾਂਦੀ ਹੈ। Rule number 11, power to dismiss appeal without sending notice to the lower court. ਜਨਰਲ ਲਾਅ ਇਹ ਹੈਗਾ ਵੀ ਜਦੋਂ ਕੋਈ ਅਪੀਲ ਫਾਈਲ ਹੁੰਦੀ ਹੈ ਉਹਦੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਲੋਅਰ ਕੋਰਟ ਨੂੰ ਵੀ ਦਿੱਤੀ ਜਾਂਦੀ ਹੈ। ਠੀਕ ਹੈ, ਪਾਵਰ ਟੂ ਡਿਸਮਿਸ ਅਪੀਲ ਵਿਦਆਊਟ ਸੈਂਡਿੰਗ ਨੋਟਿਸ ਟੂ ਦਾ ਲੋਅਰ ਕੋਰਟ। ਇਨੀਸ਼ੀਅਲ ਸਟੇਜ ਤੇ ਵੀ ਜਿਹੜੀ ਅਪੀਲ ਹੈਗੀ ਉਹ ਡਿਸਮਿਸ ਕਰ ਦਿੱਤੀ ਜਾਂਦੀ ਹੈ ਵਿਦਆਊਟ ਐਨੀ ਇਨਫੋਰਮੇਸ਼ਨ ਟੂ ਦਾ ਲੋਅਰ ਕੋਰਟ। ਦਾ ਅਪੀਲੈਂਟ ਕੋਰਟ ਆਫਟਰ ਫਿਕਸਿੰਗ ਅ ਡੇ ਫਾਰ ਹੀਅਰਿੰਗ ਦਾ ਅਪੀਲੈਂਟ ਔਰ ਹਿਸ ਪਲੀਡਰ ਨੂੰ ਸੁਣ ਕੇ ਹੀਅਰਿੰਗ ਕਰਕੇ ਅਪੀਲੈਂਟ ਦੀ ਜਾਂ ਪਲੀਡਰ ਦੀ ਐਂਡ ਹੀਅਰਿੰਗ ਹਿਮ ਅਕੋਰਡਿੰਗਲੀ ਇਫ ਹੀ ਹੈਪਨਸ ਔਨ ਦੈਟ ਡੇ may dismiss the appeal। ਜਿਨਕੀ ਇਨੀਸ਼ੀਅਲ ਸਟੇਜ ਤੇ ਹੀ ਜਿਹੜੀ ਅਪੀਲ ਹੈਗੀ ਹੈ ਡਿਸਮਿਸ ਕੀਤੀ ਜਾ ਸਕਦੀ ਹੈ। ਇਫ ਔਨ ਦਾ ਡੇ ਫਿਕਸਡ ਔਰ ਐਨੀ ਅਦਰ ਡੇ ਟੂ ਵਿਚ ਦਾ ਹੀਅਰਿੰਗ may be adjourned, ਜੇ ਕੋਈ ਪੇਸ਼ੀ ਅਗਲੀ ਪੈ ਗਈ ਕੋਈ ਤਾਂ ਦਾ ਅਪੀਲੈਂਟ ਡਸ ਨਾਟ ਅਪੀਅਰ, ਜੇ ਅਪੀਲੈਂਟ ਹਾਜ਼ਰ ਨਹੀਂ ਆਉਂਦਾ ਹੈਗਾ। ਠੀਕ ਹੈ, ਜਾਂ ਉਹਦਾ ਕੋਈ ਪਲੀਡਰ ਹਾਜ਼ਰ ਨਹੀਂ ਆਉਂਦਾ when the appeal is called on for hearing the court may make an order that the appeal is dismissed। ਕੋਈ ਪੇਸ਼ੀ ਪੈ ਗਈ ਅਗਲੀ ਪੇਸ਼ੀ ਤੇ ਪਹਿਲਾਂ ਸੁਣਨ ਵਾਸਤੇ ਪੇਸ਼ੀ ਪਾਈ ਸੀ ਉਸ ਦਿਨ ਪੇਸ਼ੀ ਤੇ ਨਹੀਂ ਪਾਰਟੀਆਂ ਆਈਆਂ ਤੇ ਅਗਲੀ ਪੇਸ਼ੀ ਤੇ ਵੀ ਨਹੀਂ ਆ ਤਾਂ ਜਿਹੜੀ ਅਪੀਲ ਹੈ ਕੋਰਟ ਵੱਲੋਂ ਡਿਸਮਿਸ ਕਰ ਦਿੱਤੀ ਜਾਂਦੀ ਹੈ। wherein appealant court not being the high court dismisses an appeal under sub rule 1 it shall deliver a judgment recording in brief its grounds। ਜਦੋਂ ਕੋਈ ਅਪੀਲ ਡਿਸਮਿਸ ਕੀਤੀ ਜਾਂਦੀ ਹੈ ਤਾਂ ਉਹਦੀ ਜਿਹੜੀ ਗਰਾਊਂਡਸ ਹੈਗੇ ਰੀਜ਼ਨ ਦਿੰਦੇ ਹੋਏ ਕਿਉਂ ਡਿਸਮਿਸ ਕੀਤੀ ਹੈ in brief its grounds for doing so and its decree shall be drawn up in accordance with the judgment। ਡਿਗਰੀ ਪਾਸ ਕਰ ਦਿੱਤੀ ਜਾਂਦੀ ਹੈ ਡਿਸਮਿਸਲ ਦੀ। ਰੂਲ ਨੰਬਰ 11A ਇਹਦੇ ਵਿੱਚ ਕਿਹਾ ਹੈਗਾ ਵੀ 60 ਦਿਨ ਦੇ ਅੰਦਰ ਜਿਹੜੀ ਅਪੀਲ ਹੈਗੀ ਆ ਉਹ ਮਤਲਬ ਕਿ ਫੈਸਲਾ ਕਰਨਾ ਹੁੰਦਾ ਹੈਗਾ ਅਪੀਲ ਦਾ। time within which hearing under rule 11 should be concluded every appeal shall be heard under rule 11 expeditiously as possible and endeavor shall be made to conclude। ਕੋਸ਼ਿਸ਼ ਕੀਤੀ ਜਾਂਦੀ ਹੈ ਵੀ 60 ਦਿਨ ਦੇ ਅੰਦਰ ਅੰਦਰ ਇਹਦਾ ਫੈਸਲਾ ਕਰ ਦਿੱਤਾ ਜਾਵੇ। ਠੀਕ ਹੈ, ਅਪੀਲ ਦਾ ਇਹ ਹੈਗਾ ਰੂਲ ਨੰਬਰ 11 ਇਹਦੇ ਵਿੱਚ। ਨੈਕਸਟ ਹੈ 12 day for hearing appeal unless the appealant court dismiss the appeal। ਜਦੋਂ ਇਨੀਸ਼ੀਅਲ ਸਟੇਜ ਤੇ ਕੋਈ ਅਪੀਲ ਡਿਸਮਿਸ ਨਾ ਕੀਤੀ ਗਈ ਹੋਵੇ ਅੰਡਰ ਆਰਡਰ 11 ਤਾਂ ਜਿਹੜੀ ਹੈਗੀ ਉਹਦੀ ਨੈਕਸਟ ਡੇਟ ਜਿਹੜੀ ਹੈਗੀ ਆ ਉਹ ਫਿਕਸ ਕੀਤੀ ਜਾਂਦੀ ਹੈ ਹੀਅਰਿੰਗ ਵਾਸਤੇ। such day shall be fixed with reference to the current business of the court। ਅਗਲੀ ਪੇਸ਼ੀ ਦੇ ਫਿਰ ਦੁਬਾਰਾ ਹੀਅਰਿੰਗ ਹੁੰਦੀ ਹੈ। ਨੈਕਸਟ ਹੈ ਰੂਲ ਨੰਬਰ 14 publication and service of notice of the day for hearing of the appeal। ਜਦੋਂ ਹੀਅਰਿੰਗ ਵਾਸਤੇ ਨੈਕਸਟ ਡੇਟ ਪਾਤੀ ਅੰਡਰ ਰੂਲ 12 ਦੇ ਅਕੋਰਡਿੰਗ ਤਾਂ ਕੀ ਹੁੰਦਾ ਪਬਲਿਕੇਸ਼ਨ ਕੀਤੀ ਜਾਂਦੀ ਜਿਹੜੀ ਸਰਵਿਸ ਹੈ ਨੋਟਿਸ ਭੇਜਿਆ ਜਾਂਦਾ ਦੂਜੀ ਪਾਰਟੀ ਨੂੰ ਰਿਸਪੋਂਡੈਂਟਸ ਨੂੰ ਹੀਅਰਿੰਗ ਵਾਸਤੇ। ਨੋਟਿਸ ਆਫ ਦਾ ਡੇ ਫਿਕਸਡ ਅੰਡਰ ਰੂਲ 12 shall be affixed in the appellant court house and the like notice shall be sent by the appellant court to the court from whose decree ਨਾਲ ਕੋਰਟ ਨੂੰ ਵੀ ਨੋਟਿਸ ਭੇਜਿਆ ਜਾਂਦਾ ਜਿੱਥੇ ਜਿਸ ਕੋਰਟ ਦੇ ਅਗੇਂਸਟ ਅਪੀਲ ਫਾਈਲ ਹੋਈ ਹੈ। court from whose decree the appeal is referred and shall be served on the respondent। ਇੱਕ ਕਾਪੀ ਦੀ ਰਿਸਪੋਂਡੈਂਟ ਨੂੰ ਔਰ ਹਿਸ ਪਲੀਡਰ ਨੂੰ ਜਾਂ ਜਿਸ ਪਲੀਡਰ ਨੇ ਉਹਦਾ ਜਿਹੜਾ ਕੇਸ ਸੀਗਾ ਓਰੀਜਨਲ ਕੋਰਟ 'ਚ ਲੜਿਆ ਸੀਗਾ ਜਾਂ ਉਹ ਕਾਪੀ ਉਹਨੂੰ ਭੇਜ ਦਿੱਤੀ ਜਾਂਦੀ ਹੈ ਇਨ ਦਾ ਅਪੀਲੈਂਟ ਕੋਰਟ in the manner provided for the service of on the defendant of the summons। ਜਿਵੇਂ ਆਪਣੀ ਸਰਵਿਸ ਆਫ ਸਮਨ ਕਰਦੇ ਆ ਉਸ ਤਰੀਕੇ ਨਾਲ ਸਮਨਿੰਗ ਕੀਤੀ ਜਾਂਦੀ ਹੈ। ਉਹ ਸਾਰੇ ਮੋਡ ਨੇ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਸਰਵਿਸ ਆਫ ਸਮਨਿੰਗ ਦੇ ਉਸ ਤਰੀਕੇ ਨਾਲ ਜਿਹੜੀ ਸਰਵਿਸ ਕਰਵਾਈ ਹੈ ਦੂਜੀ ਪਾਰਟੀ। then sub rule 2 ਕੀ ਕਹੇਗਾ appellant court may itself cause notice to be served instead of sending the notice to the court from whose decree the appeal is preferred the appellant court may itself cause the notice to be served। ਦੇਖੋ ਇਹ ਦੋ ਤਰੀਕੇ ਦੇ ਸਮਨ ਹੋ ਸਕਦੇ ਨੇ ਜਾਂ ਤਾਂ ਕੋਰਟ ਜਿਹੜੀ ਹੈਗੀ ਹੈ ਛੋਟੀ ਲੋਅਰ ਕੋਰਟ ਨੂੰ ਕਹਿ ਦਿੰਦੀ ਹੈ ਵੀ ਸਮਨਿੰਗ ਕਰਵਾਓ ਸਾਰਿਆਂ ਨੂੰ ਪਾਰਟੀ ਕੰਸਰਨ ਪਾਰਟੀ ਨੂੰ ਜਾਂ ਫਿਰ ਜਿਹੜੀ appellant court ਹੈ ਆਪਦੇ ਪੱਧਰ ਤੇ ਵੀ ਸਮਨਿੰਗ ਕਰਵਾ ਸਕਦੀ ਹੈ। ਜਨਰਲੀ ਕੀ ਹੁੰਦਾ ਹੈ ਜਨਰਲੀ ਜਿਹੜੇ ਆਰਡਰ ਜਿਹੜੇ ਸਮਨਿੰਗ ਹੁੰਦੀ ਹੈ ਜਨਰਲੀ ਜਿਹੜੇ ਐਡਵੋਕੇਟਸ ਹੁੰਦੇ ਨੇ ਲੀਡਰਸ ਹੁੰਦੇ ਨੇ ਉਹਨਾਂ ਜੋ ਡਿਗਰੀ ਕੋਰਟ ਦੇ ਵਿੱਚ ਚੱਲ ਰਹੀ ਹੁੰਦੀ ਹੈ ਪਹਿਲਾਂ ਕੇਸ ਚੱਲ ਰਿਹਾ ਹੁੰਦਾ ਕੋਰਟ ਦੇ ਵਿੱਚ ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੁੰਦੀ ਹੈ ਜਿਹੜੇ ਪਾਰਟੀਆਂ ਦੇ ਐਡਵੋਕੇਟਸ ਹੁੰਦੇ ਨੇ ਨਾ ਰੂਟੀਨ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਨੋਟਿਸ ਕਰਵਾ ਦਿੱਤਾ ਜਾਂਦਾ ਹੈਗਾ। The notice to be served on the respondent shall be accompanied by a copy of the memorandum of the appeal। ਨਾਲ ਜਦੋਂ ਸਮਨ ਕੀਤੇ ਜਾਂਦੇ ਨੇ
ਮੈਮੋਰੈਂਡਮ ਆਫ ਅਪੀਲ ਦੀ ਕਾਪੀ ਭੇਜੀ ਜਾਂਦੀ ਹੈ। Notwithstanding anything contrary contained in sub-rule 1, it shall not be necessary to serve notice of any proceeding incidental to an appeal। ਅਗਲੀਆਂ ਜਿਹੜੀਆਂ proceedings ਨੇ, ਜਦੋਂ appeal ਦਾ start ਹੋ ਗਈ ਤਾਂ ਫਿਰ ਉਹਦੀ proceeding ਦੀ ਕਾਪੀ ਭੇਜਣ ਦੀ ਲੋੜ ਨਹੀਂ ਹੁੰਦੀ। Any respondent other than a person pleaded for the first time in the appellant court, unless he has appeared and filed an address for the service। ਜੇ ਕੋਈ in between ਕੋਈ ਮਤਲਬ ਕਿ ਰਿਸਪੋਂਡੈਂਟ ਨੂੰ ਕੋਈ ਪ੍ਰੋਸੀਡਿੰਗ ਦੀ ਕਾਪੀ ਭੇਜਣੀ ਪੈਂਦੀ ਹੈ ਤਾਂ ਸਿਰਫ ਉਹਨਾਂ ਵਿਅਕਤੀਆਂ ਨੂੰ ਭੇਜੀ ਜਾਂਦੀ ਹੈ ਜਿਹੜੇ ਪਹਿਲਾਂ ਇਨੀਸ਼ੀਅਲ ਸਟੇਜ ਤੇ ਜਿਹੜੀ ਕੋਰਟ ਦੇ ਵਿੱਚ ਆ ਕੇ ਪਾਰਟੀ ਬਣਦੇ ਆ, ਰਿਸਪੋਂਡੈਂਟ ਹੁੰਦੇ ਆ। ਜਿਹੜੇ ਕੋਰਟ ਦੇ ਵਿੱਚ ਆ ਕੇ ਅਪੀਅਰ ਨਹੀਂ ਹੁੰਦੇ ਉਹਨਾਂ ਨੂੰ ਵਾਰ-ਵਾਰ ਜਿਹੜੀ ਹੈਗੀ ਹੈ ਇਨ ਬਿਟਵੀਨ ਕੋਈ ਆਰਡਰ ਦੀ ਕਾਪੀ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਕਿਹਾ ਗਿਆ ਇਸ ਦੇ ਵਿੱਚ। ਫਿਰ ਕਿ ਨਥਿੰਗ ਇਨ ਸਬ ਰੂਲ 4 shall bar the respondent referred to in the appeal from defending it। ਜੇ ਕੋਈ ਰਿਸਪੋਂਡੈਂਟ ਹੈ ਇਨ ਬਾਅਦ ਦੇ ਵਿੱਚ ਆ ਕੇ ਅਪੀਲ ਹੋਣਾ ਚਾਹੁੰਦਾ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਇਹਦੇ ਵਿੱਚ ਆ ਕੇ ਆਪਦੀ ਜਿਹੜੀ ਕੇਸ ਦੀ ਪੈਰਵਾਈ ਹੈ, ਜੇ ਇਨੀਸ਼ੀਅਲ ਸਟੇਜ ਤੇ ਉਸ ਨੂੰ ਨਹੀਂ ਮੇਰੇ ਪਤਾ ਲੱਗਿਆ, ਸਮਨ ਨਹੀਂ ਮਿਲੇ, ਨੋਟਿਸ ਨਹੀਂ ਮਿਲਿਆ ਹੈਗਾ, ਅਪੀਅਰ ਨਹੀਂ ਹੋਇਆ, ਤਾਂ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਦੀ ਜਿਹੜੀ ਪੈਰਵਾਈ ਹੈ ਮਤਲਬ ਕਿ ਉਹਦੀ ਸੁਣਵਾਈ ਨਹੀਂ ਹੋਏਗੀ। ਪ੍ਰੋਸੀਜਰ ਔਨ ਹੀਅਰਿੰਗ ਰਾਈਟ ਟੂ ਬਿਗਨ। ਠੀਕ ਹੈ, ਅਪੀਲ ਦੀ ਕਾਰਵਾਈ ਕਦੋਂ ਕਿਵੇਂ ਸਟਾਰਟ ਹੁੰਦੀ ਹੈ? On the day fixed or on any other day to which the hearing may be adjourned, the appellant shall be heard in support of the appeal। ਸਭ ਤੋਂ ਪਹਿਲਾਂ ਜਿਹੜਾ appellant ਹੈ ਜਿਹਨੇ ਅਪੀਲ ਫਾਈਲ ਕੀਤੀ ਹੈ, ਠੀਕ ਹੈ, ਉਹਨੂੰ ਸੁਣਿਆ ਜਾਂਦਾ ਹੈ। The court shall then, if it does not dismiss the appeal at once, hear the respondent। ਜੇਕਰ ਉਹਦੀ ਗੱਲ ਸੁਣ ਕੇ ਕੋਰਟ ਨੇ ਇਨੀਸ਼ੀਅਲ ਸਟੇਜ ਤੇ ਹੀ ਅਪੀਲ ਨੂੰ ਡਿਸਮਿਸ ਕਰ ਦਿੱਤਾ, ਠੀਕ ਹੈ, ਫਿਰ ਤਾਂ ਗੱਲ ਵੱਖਰੀ ਹੈ। ਅਦਰਵਾਈਜ਼ then hear the respondent, ਫਿਰ ਦੂਜੀ ਪਾਰਟੀ ਨੂੰ ਸੁਣਿਆ ਜਾਂਦਾ ਹੈਗਾ। And in such case the appellant shall be entitled to so reply। And in such case the appellant shall be entitled to so reply। ਜੋ ਪਾਰਟੀ ਜਿਹੜੀ ਰਿਸਪੋਂਡੈਂਟ ਪਾਰਟੀ ਕੋਈ ਰਿਪਲਾਈ ਦਿੰਦੀ ਹੈਗੀ ਹੈ ਤਾਂ ਉਹਦੀ ਰਿਪਲਾਈ ਵੀ ਫਰਦਰ ਜਿਹੜੀ ਹੈਗੀ appellant ਵੱਲੋਂ ਦਿੱਤੀ ਜਾਂਦੀ ਹੈ। ਰੂਲ ਨੰਬਰ 17 dismissal of appeal for appellant's default। ਜੇ appellant ਦੀ ਕੋਈ ਡਿਫਾਲਟ ਹੁੰਦੀ ਹੈ, ਜਿਨ ਕਿ ਪੇਸ਼ੀ ਦੇ ਨਹੀਂ ਆਉਂਦਾ ਹੈਗਾ, ਹੀਅਰਿੰਗ ਦੇ ਦੌਰਾਨ ਨਹੀਂ ਆਉਂਦਾ ਹੈਗਾ, where on the day fixed or on any other day to which the hearing may be adjourned, the appellant does not appear when the appeal is called on for hearing, the court may make an order that the appeal be dismissed। जब कोई पार्टी नहीं आती या तो कोई प्लीडर नहीं आता हैगा ਤਾਂ ਕੋਰਟ ਕੇਸ ਨੂੰ ਡਿਸਮਿਸ ਕਰ ਸਕਦੀ ਹੈ। ਨੈਕਸਟ ਆ ਗਿਆ ਰੂਲ ਨੰਬਰ ਸਬ ਰੂਲ 2 ਹੀਅਰਿੰਗ ਅਪੀਲ ਐਕਸ ਪਾਰਟੀ। Where the appellant appears and the respondent does not appear, the appeal shall be heard ex parte। ਠੀਕ ਹੈ, ਜਦੋਂ ਰਿਸਪੋਂਡੈਂਟ ਹਾਜ਼ਰ ਨਾ ਹੋਵੇ ਤਾਂ ਫਿਰ ਉਸ ਨੂੰ ਐਕਸ ਪਾਰਟੀ ਕਰਕੇ ਜਿਹੜੀ ਕੇਸ ਦੀ ਜਿਹੜੀ ਪੈਰਵਾਈ ਹੈਗੀ ਅਪੀਲ ਦੀ ਪੈਰਵਾਈ ਪ੍ਰੋਸੀਡਿੰਗ ਸਟਾਰਟ ਕਰ ਦਿੱਤੀਆਂ ਜਾਂਦੀਆਂ ਨੇ। ਪਰ ਅੱਗੇ ਜਾ ਕੇ ਜੇਕਰ ਜਿਹੜਾ ਰਿਸਪੋਂਡੈਂਟ ਹੈਗਾ ਉਹ ਪੇਸ਼ ਹੁੰਦਾ ਹੈ, ਰੂਲ ਨੰਬਰ 19 ਪੜ੍ਹਦੇ ਆਪਾਂ, ਰੀਐਡਮਿਸ਼ਨ ਆਫ ਅਪੀਲ ਡਿਸਮਿਸਡ ਫਾਰ ਡਿਫਾਲਟ। Where an appeal is dismissed, ਜੇ ਰੂਲ ਨੰਬਰ 17 ਦੇ ਅਕੋਰਡਿੰਗ ਜਿਹੜੀ ਅਪੀਲ ਹੈ ਡਿਸਮਿਸ ਹੋ ਚੁੱਕੀ ਹੈ ਹਾਜ਼ਰ ਨਾ ਆਉਣ ਦੇ ਕਾਰਨ, ਡਿਫੈਂਡੈਂਟ ਦੇ ਰਿਸਪੋਂਡੈਂਟ ਦੇ ਹਾਜ਼ਰ ਨਾ ਹੋਣ ਕਾਰਨ ਐਕਸ ਪਾਰਟੀ ਡਿਕਲੇਅਰ ਕਰਕੇ ਜਿਹੜੀ ਅਪੀਲ ਹੈ ਡਿਸਮਿਸ ਹੋ ਚੁੱਕੀ ਹੈ, ਤਾਂ ਅਪੀਲੈਂਟ ਮੇ ਅਪਲਾਈ ਟੂ ਦਾ ਅਪੀਲੈਂਟ ਕੋਰਟ ਫਾਰ ਦਾ ਰੀਐਡਮਿਸ਼ਨ। ਸੌਰੀ, ਇੱਥੇ ਕਿਹਾ ਗਿਆ ਵੀ ਜੇ ਅਪੀਲੈਂਟ ਦੇ ਹਾਜ਼ਰ ਨਾ ਹੋਣ ਕਾਰਨ, ਵੇਅਰ ਐਨ ਅਪੀਲ ਇਜ਼ ਡਿਸਮਿਸਡ ਅੰਡਰ ਰੂਲ 11 ਸਬ ਰੂਲ 2 ਔਰ ਰੂਲ 17, the appellant may apply to the appellant court for the readmission of the appeal, and where it is proved that he was prevented by any sufficient cause from appearing when the appeal was called on for hearing or order from depositing the sum so required, cost वगैरह लेके उसको, the court shall readmit the appeal। ਜੇ ਅਪੀਲੈਂਟ ਦੀ ਜਿਹੜੀ ਅਪੀਲ ਹੈ ਉਹ ਡਿਸਮਿਸ ਹੋ ਜਾਵੇ ਕਿਸੇ ਕਾਰਨ, ਉਹਦੇ ਹਾਜ਼ਰ ਨਾ ਹੋਣ ਕਾਰਨ, ਤਾਂ ਉਹ ਦੁਬਾਰਾ ਐਪਲੀਕੇਸ਼ਨ ਦੇ ਕੇ, ਠੀਕ ਹੈ, ਉਹ ਤੋਂ ਕੋਸਟ ਲੈ ਕੇ ਜਿਹੜੀ ਅਪੀਲ ਹੈਗੀ ਹੈ ਦੁਬਾਰਾ ਰੀਐਡਮਿਟ ਕੀਤੀ ਜਾ ਸਕਦੀ ਹੈਗੀ ਹੈ। ਰੂਲ ਨੰਬਰ 20 ਚ ਕੀ ਕਹੇਗਾ, ਪਾਵਰ ਟੂ ਐਡਜਰਨ ਹੀਅਰਿੰਗ ਐਂਡ ਡਾਇਰੈਕਟ ਪਰਸਨਸ ਅਪੀਅਰਿੰਗ ਇੰਟਰਸਟਡ ਟੂ ਬੀ ਮੇਡ ਰਿਸਪੋਂਡੈਂਟਸ। Where it appears to the court at the hearing
that any person who was a party to the suit, ਜਦੋਂ ਕੋਰਟ 'ਚ ਕੇਸ ਫਾਈਲ ਹੁੰਦੇ ਆ, ਅਪੀਲ ਫਾਈਲ ਹੁੰਦੀ ਹੈ, ਤਾਂ ਕੋਰਟ ਨੂੰ ਲੱਗਦਾ ਹੈਗਾ ਵੀ ਜਿਹੜੀਆਂ ਓਰੀਜਨਲ ਸੂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਪਾਰਟੀਆਂ ਸੀਗੀਆਂ। When it appears to the court at the hearing that any person who was a party to the suit in the court from whose degree the appeal is preferred but who has not been made party to the appeal ਦੇ ਵਿੱਚ ਉਸ ਨੂੰ ਪਾਰਟੀ ਨਹੀਂ ਬਣਾਇਆ ਗਿਆ, ਠੀਕ ਹੈ, is interested in the result of the appeal, ਕੋਰਟ ਨੂੰ ਲੱਗਦਾ ਵੀ ਇਹ ਜ਼ਰੂਰੀ ਪਾਰਟੀ ਸੀਗੀ, ਨੈਸੈਸਰੀ ਪਾਰਟੀ ਸੀਗੀ, ਅਪੀਲ ਵਿੱਚ ਇਹਨੂੰ ਪਾਰਟੀ ਬਣਾਇਆ ਜਾਣਾ ਬਣਦਾ ਸੀ, ਜਦੋਂ ਕਿ ਇਹ ਓਰੀਜਨਲ ਕੋਰਟ ਦੇ ਵਿੱਚ ਓਰੀਜਨਲ ਜਿਹੜਾ ਕੇਸ ਸੀ ਉੱਥੇ ਪਾਰਟੀ ਸੀ, ਪਰ ਉਹਨੂੰ ਪਾਰਟੀ ਨਹੀਂ ਬਣਾਇਆ, ਤਾਂ ਕੋਰਟ ਮੇ adjourn the hearing to a future day to be fixed by the court and direct that such person be made a respondent। ਤਾਂ ਜਿਹੜੀ ਅਪੀਲੈਂਟ ਹੈਗੀ ਆ, ਅਪੀਲੈਂਟ ਨੂੰ ਡਾਇਰੈਕਸ਼ਨ ਦਿੱਤੀ ਜਾ ਸਕਦੀ ਕੋਰਟ ਵੱਲੋਂ ਵੀ ਇਸ ਪਾਰਟੀ ਨੂੰ ਤੁਸੀਂ ਪਾਰਟੀ ਨਹੀਂ ਬਣਾਇਆ, ਇਹਨੂੰ ਵੀ ਪਾਰਟੀ ਬਣਾ ਕੇ ਜਿਹੜੀ ਅਪੀਲ ਹੈਗੀ ਆ ਉਹ 'ਚ ਅਮੈਂਡਮੈਂਟ ਕਰੋ, ਆਪਣੇ ਮੈਮੋਰੈਂਡਮ ਦੇ ਵਿੱਚ ਅਮੈਂਡਮੈਂਟ ਕਰਕੇ ਦੁਬਾਰਾ ਫਾਈਲ ਕਰੋ। No respondent shall be added under this rule after the expiry of the period of limitation for the appeal। ਜੋ ਲਿਮਿਟੇਸ਼ਨ ਜੇ ਕੋਈ ਪਾਰਟੀ ਰਿਸਪੋਂਡੈਂਟ ਨੂੰ ਕਿਸੇ ਨੂੰ ਅਪੀਲ ਕਰਨਾ ਚਾਹੁੰਦੀ ਹੈ ਜਾਂ ਐਡ ਕਰਨਾ ਚਾਹੁੰਦੀ ਹੈ, ਪਰ ਜਿਹੜੀ ਅਪੀਲ ਦਾ ਜਿਹੜਾ ਸਮਾਂ ਹੈਗਾ ਉਹ ਨਿਕਲ ਚੁੱਕਿਆ ਹੈ, after the expiry of the period of limitation of the appeal unless the court for the reasons to be recorded allows, ਜਦੋਂ ਤੱਕ ਕੋਰਟ ਅਲਾਉ ਨਹੀਂ ਕਰਦੀ ਤਾਂ ਉਦੋਂ ਤੱਕ ਜਿਹੜਾ ਹੈਗਾ ਕਿਸੇ ਹੋਰ ਰਿਸਪੋਂਡੈਂਟ ਨੂੰ ਬਾਅਦ ਵਿੱਚ ਐਡ ਨਹੀਂ ਕੀਤਾ ਜਾ ਸਕਦਾ। ਰੀਹੀਅਰਿੰਗ ਰੂਲ ਨੰਬਰ 21, ਰੀਹੀਅਰਿੰਗ ਔਨ ਐਪਲੀਕੇਸ਼ਨ ਆਫ ਰਿਸਪੋਂਡੈਂਟ ਅਗੇਂਸਟ whom ex party degree made। ਇੱਥੇ ਗੱਲ ਆ ਗਈ ਰਿਸਪੋਂਡੈਂਟ ਦੀ, ਜਦੋਂ ਰਿਸਪੋਂਡੈਂਟ ਐਕਸ ਪਾਰਟੀ ਹੋ ਜਾਂਦਾ, ਕਿਸੇ ਵੇਲੇ ਰਿਸਪੋਂਡੈਂਟ ਪਹਿਲਾਂ ਨਹੀਂ ਆਉਂਦਾ, ਹਾਜ਼ਰ ਆਉਂਦਾ ਮੌਕੇ ਤੇ, ਜਦੋਂ ਹੀਅਰਿੰਗ ਤੇ ਕੇਸ ਲੱਗਿਆ ਹੁੰਦਾ, ਠੀਕ ਹੈ, ਉਹਨੂੰ ਐਕਸ ਪਾਰਟੀ ਕਰਕੇ ਜਿਹੜੀ ਅਪੀਲ ਦੀ ਪ੍ਰੋਸੀਡਿੰਗ ਸਟਾਰਟ ਕਰ ਦਿੱਤੀ ਜਾਂਦੀਆਂ ਨੇ, ਪਰ ਬਾਅਦ ਦੇ ਵਿੱਚ ਉਹ ਆ ਜਾਂਦਾ ਹੈ। ਫਿਰ ਅਪੀਲ ਇਜ਼ ਹਰਡ ਐਕਸ ਪਾਰਟੀ ਐਂਡ ਜਜਮੈਂਟ ਇਜ਼ ਪ੍ਰੋਨਾਊਂਸਡ, ਜਜਮੈਂਟ ਪ੍ਰੋਨਾਊਂਸ ਵੀ ਹੋਗੀ ਅਗੇਂਸਟ ਦਾ ਰਿਸਪੋਂਡੈਂਟ, ਹੀ ਮੇ ਅਪਲਾਈ ਟੂ ਦਾ ਅਪੀਲੈਂਟ ਕੋਰਟ ਟੂ ਰੀਹੀਅਰ ਦਾ ਅਪੀਲ, ਠੀਕ ਹੈ, ਜਿੱਥੇ ਐਕਸ ਪਾਰਟੀ ਕੇਸ ਜਿਹੜਾ ਸੁਣਿਆ ਗਿਆ ਹੋਵੇ ਤਾਂ ਜਿਹੜਾ ਅਪੀਲ ਰਿਸਪੋਂਡੈਂਟ ਹੈਗਾ ਉਹ ਕੋਰਟ 'ਚ ਹਾਜ਼ਰ ਹੋ ਕੇ ਅਪਲਾਈ ਕਰ ਸਕਦਾ ਹੈ ਟੂ ਦਾ ਅਪੀਲੈਂਟ ਕੋਰਟ ਨੂੰ ਟੂ ਰੀਹੀਅਰ ਦਾ ਅਪੀਲ, ਐਂਡ ਇਫ ਹੀ ਸੈਟਿਸਫਾਈਜ਼ ਦਾ ਕੋਰਟ that the notice was not duly served, ਜੋ ਉਹ ਸਾਬਤ ਕਰੇ ਵੀ ਮੇਰੇ ਕੋਲ ਨੋਟਿਸ ਨਹੀਂ ਮਿਲਿਆ ਹੈਗਾ, ਮੈਨੂੰ ਪਤਾ ਨਹੀਂ ਚੱਲਿਆ ਹੈਗਾ, ਠੀਕ ਹੈ, ਤਾਂ ਕੋਰਟ ਨੂੰ ਜਦੋਂ ਸੈਟਿਸਫੈਕਸ਼ਨ ਹੋ ਜਾਂਦੀ ਹੈ that he was prevented by sufficient ਕਾਰਨ, ਜਾਂ ਕਿਸੇ ਕੋਈ ਰੀਜ਼ਨ ਸੀਗਾ ਇੱਦਾਂ ਦਾ ਜਿਸ ਕਰਕੇ ਉਹ ਕੋਰਟ 'ਚ ਹਾਜ਼ਰ ਨਹੀਂ ਹੋ ਸਕਿਆ, ਤਾਂ ਕੋਰਟ shall rehear the appeal on such terms as the cause or otherwise as it thinks fit to impose upon him। ਤਾਂ ਕੋਰਟ ਦੁਬਾਰਾ ਕੇਸ ਦੀ ਜਿਹੜੀ ਪੈਰਵਾਈ ਹੈ, ਅਪੀਲ ਦੀ ਰੀਹੀਅਰਿੰਗ ਦੁਬਾਰਾ ਕਰਕੇ ਦੁਬਾਰਾ ਫੈਸਲਾ ਕੋਰਟ ਵੱਲੋਂ ਕੀਤਾ ਜਾ ਸਕਦਾ ਹੈ। Upon hearing, respondent may object to decree as if he had preferred a separate appeal। Upon hearing, respondent may object to decree। देखो ਇੱਥੇ ਕੀ ਹੈ, ਥੋੜਾ ਸਮਝਣ ਦੀ ਲੋੜ ਹੈਗੀ ਹੈ। ਰਿਸਪੋਂਡੈਂਟ ਕੌਣ ਹੁੰਦਾ ਹੈ? ਆਮ ਤੌਰ ਤੇ ਰਿਸਪੋਂਡੈਂਟ ਉਹ ਹੁੰਦਾ ਜਿਹਦੇ ਹੱਕ 'ਚ ਪਹਿਲਾਂ ਡਿਗਰੀ ਪਾਸ ਹੋਈ ਹੁੰਦੀ ਹੈ। ਅਪੀਲ ਦੂਜੀ ਪਾਰਟੀ ਕਰਦੀ ਹੈ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਹੁੰਦੀ ਹੈ, ਠੀਕ ਹੈ, ਪਰ ਇੱਥੇ ਇੱਕ ਪ੍ਰੋਵੀਜ਼ਨ ਦਿੱਤੀ ਹੈ ਰੂਲ 22 ਦੇ ਵਿੱਚ, ਜਿਹੜਾ ਰਿਸਪੋਂਡੈਂਟ ਹੈ ਜਿਹਦੇ ਹੱਕ 'ਚ ਡਿਗਰੀ ਪਾਸ ਹੋਈ ਵੀ ਹੈ ਉਹ ਵੀ ਡਿਗਰੀ ਦੇ ਉੱਪਰ ਆਬਜੈਕਸ਼ਨ ਕਰ ਸਕਦਾ ਹੈ। ਡਿਗਰੀ ਦਾ ਕੋਈ ਪੁਆਇੰਟ ਐਸਾ ਹੈਗਾ, ਕੋਈ ਇਸ਼ੂ ਐਸਾ ਹੈਗਾ ਜਿਹੜਾ ਉਹਦੇ ਖਿਲਾਫ ਪਾਸ ਹੋਇਆ ਹੋਵੇ, ਪਰ ਕੇਸ ਹੋਏ ਫਿਰ ਬੇਸ਼ੱਕ ਉਹਦੇ ਹੱਕ 'ਚ ਹੋ ਗਿਆ ਹੋਵੇ, ਪਰ ਕਿਸੇ ਪਰਟੀਕੂਲਰ ਇਸ਼ੂ ਨੂੰ ਲੈ ਕੇ ਜਿਹੜਾ ਰਿਸਪੋਂਡੈਂਟ ਹੈਗਾ, ਠੀਕ ਹੈ, ਜਿਹਦੇ ਹੱਕ 'ਚ ਡਿਗਰੀ ਪਾਸ ਹੋਈ ਵੀ ਹੈ ਓਰੀਜਨਲ ਕੋਰਟ ਵੱਲੋਂ, ਉਹ ਵੀ ਅਪੀਲ ਦੇ ਵਿੱਚ ਆ ਕੇ ਆਪਣਾ ਕੋਈ ਆਬਜੈਕਸ਼ਨ ਹੈ ਜਿਹੜਾ ਕ੍ਰੀਏਟ ਕਰ ਸਕਦਾ ਹੈ। ਅਪੋਨ ਹੀਅਰਿੰਗ ਰਿਸਪੋਂਡੈਂਟ ਮੇ ਆਬਜੈਕਟ ਟੂ ਡਿਗਰੀ ਐਜ਼ ਇਫ ਹੀ ਹੈਡ ਪ੍ਰੈਫਰਡ ਏ ਸੈਪਰੇਟ ਅਪੀਲ। ਇਹ ਪ੍ਰਜ਼ੂਮ ਕਰ ਲਿਆ ਜਾਏਗਾ ਵੀ ਇਹਨੇ ਵੀ ਜਿਹੜੀ ਹੈਗੀ ਆ ਅਪੀਲ ਫਾਈਲ ਕੀਤੀ ਹੈ। ਐਨੀ ਰਿਸਪੋਂਡੈਂਟ ਦੋ ਹੀ ਮੇ ਨਾਟ ਹੈਵ ਅਪੀਲਡ, ਬੇਸ਼ੱਕ ਉਹਨੇ ਅਪੀਲ ਫਾਈਲ ਨਹੀਂ ਕੀਤੀ ਗਈ ਪਰ ਉਹਦੇ ਖਿਲਾਫ ਅਪੀਲ ਫਾਈਲ ਹੋਈ ਹੈ, ਉਹ ਬਣ ਗਿਆ ਰਿਸਪੋਂਡੈਂਟ। ਰਿਸਪੋਂਡੈਂਟ ਦੇ ਨਾਲ ਨਾਲ ਉਹ ਅਪੀਲੈਂਟ ਵੀ ਬਣ ਸਕਦਾ ਹੈ। ਫਰੋਮ ਐਨੀ ਪਾਰਟ ਆਫ ਦਾ ਡਿਗਰੀ ਮੇ ਨਾਟ ਓਨਲੀ ਸਪੋਰਟ ਦਾ ਡਿਗਰੀ, ਉਹ ਇਹ ਨਹੀਂ ਵੀ ਇਕੱਲੀ ਡਿਗਰੀ ਦੀ ਸਪੋਰਟ ਹੀ ਕਰੇਗਾ ਵੀ ਹਾਂ ਡਿਗਰੀ ਠੀਕ ਹੈ ਜੀ, ਡਿਗਰੀ ਠੀਕ ਹੈ ਜੀ, ਪਰ ਡਿਗਰੀ ਦੇ ਨਾਲ ਨਾਲ ਉਹ ਡਿਗਰੀ ਦੇ ਵਿੱਚ ਕੋਈ ਇਸ਼ੂ ਜੇ ਉਹਦੇ ਖਿਲਾਫ ਕੋਈ ਪਾਸ ਹੋਇਆ ਹੋਵੇਗਾ ਉਹਦਾ ਵੀ ਆਬਜੈਕਸ਼ਨ ਕਰ ਸਕਦਾ ਵੀ ਇਹ ਜਿਹੜਾ ਆਰਡਰ ਹੈ, ਇਹ ਜਿਹੜਾ ਇਸ਼ੂ ਹੈ ਮੇਰੇ ਖਿਲਾਫ ਗਲਤ ਪਾਸ ਕੀਤਾ ਗਿਆ, ਇਹ ਵੀ ਮੇਰੇ ਹੱਕ 'ਚ ਹੋਣਾ ਚਾਹੀਦਾ, ਇਸ ਕਰਕੇ ਉਹ ਡਿਗਰੀ ਨੂੰ ਜਿਹੜੀ ਪਾਸ ਹੋਈ ਹੈ ਉਹਦੇ ਵਿੱਚ ਆਬਜੈਕਸ਼ਨ ਕ੍ਰੀਏਟ ਕਰ ਸਕਦਾ ਹੈ। ਬਟ ਮੇ ਆਲਸੋ ਸਟੇਟ ਦੈਟ ਫਾਈਂਡਿੰਗਸ ਅਗੇਂਸਟ ਹਿਮ in the court below in respect of any issue are to have been in his favor, and may also take any cross objection to the decree which he could have taken by way of appeal। ਜੇ ਕਿ ਮਤਲਬ ਜਿਵੇਂ ਕਿ ਉਹ ਕੋਈ ਅਪੀਲ ਫਾਈਲ ਕਰਦਾ ਕਿਸੇ ਉਸ ਡਿਗਰੀ ਦੇ ਕਿਸੇ ਇਸ਼ੂ ਦੇ ਖਿਲਾਫ, ਉਸੇ ਤਰੀਕੇ ਉਹ ਐਜ਼ ਏ ਰਿਸਪੋਂਡੈਂਟ ਵੀ ਉਹ
मतलब ਜਿਹੜਾ ਹੈਗਾ ਆਪਣਾ ਆਬਜੈਕਸ਼ਨਸ ਕਲੀਅਰ ਕਰ ਸਕਦਾ, ਆਬਜੈਕਸ਼ਨਸ ਫਾਈਲ ਕਰ ਸਕਦਾ ਹੈ। Explanations की क्या गया? A respondent aggrieved by a finding of the court in the respondent aggrieved by a finding of the court in the judgment on which the decree appeal against is based may under this rule file cross objections in respect of the decree। जो किसी अपीलेंट ने अपील फाइल की है तो वो क्रॉस ऑब्जेक्शंस भी फाइल कर सकता है। डिग्री ਨੂੰ ठीक कहने ਦੇ ਨਾਲ ਨਾਲ डिग्री ਨੂੰ ਗਲਤ ਵੀ ਕਹਿ ਸਕਦਾ ਹੈ ਵੀ ਡਿਗਰੀ ਦੇ ਵਿੱਚ ਜਿਹੜਾ ਇਹ ਇਸ਼ੂ ਫੈਸਲਾ ਹੋਇਆ ਮੇਰੇ ਖਿਲਾਫ ਹੋਇਆ ਇਹ ਗਲਤ ਹੈਗਾ, ਇਹਨੂੰ ਵੀ ਠੀਕ ਕੀਤਾ ਜਾਵੇ। ਫਾਰਮ ਆਫ ਸਬ ਰੂਲ 2 ਦੇ ਵਿੱਚ ਕੀ ਕਿਹਾ ਗਿਆ? ਫਾਰਮ ਆਫ ਆਬਜੈਕਸ਼ਨਸ ਐਂਡ ਪ੍ਰੋਵੀਜ਼ਨਸ ਐਪਲੀਕੇਬਲ देयर टू ਸੱਚ ਕ੍ਰਾਸ ਆਬਜੈਕਸ਼ਨ ਸ਼ੈਲ ਬੀ ਇਨ ਦਾ ਫਾਰਮ ਆਫ ਮੈਮੋਰੈਂਡਮ। ਮਤਲਬ ਕਿ ਇਹਨੂੰ ਅਪੀਲ ਪ੍ਰਜ਼ੂਮ ਕਰ ਲਿਆ ਜਾਏਗਾ ਵੀ ਜਿਹੜਾ ਰਿਸਪੋਂਡੈਂਟ ਹੈ ਰਿਸਪੋਂਡੈਂਟ ਵੱਲੋਂ ਅਪੀਲ ਫਾਈਲ ਕੀਤੀ ਹੈ ਇੱਕ ਤਰ੍ਹਾਂ ਦੀ। ਐਂਡ ਦਾ ਪ੍ਰੋਵੀਜ਼ਨਸ of rule 1 so far as they relate to the form and contents of the memorandum of appeal shall apply thereto। ਉਹੀ ਕਾਰਵਾਈ ਚੱਲੇਗੀ ਜਿਹੜੀ ਮਤਲਬ ਕਿ ਜਦੋਂ ਅਪੀਲ ਫਾਈਲ ਕੀਤੀ ਜਾਂਦੀ ਹੈ ਉਦੋਂ ਮੈਮੋਰੈਂਡਮ ਆਫ ਅਪੀਲ ਜਦੋਂ ਫਾਈਲ ਕੀਤਾ ਜਾਂਦਾ ਹੈ, ਜਦੋਂ ਇਹਨੇ ਆਬਜੈਕਸ਼ਨਸ ਫਾਈਲ ਕਰਨੇ ਰਿਸਪੋਂਡੈਂਟ ਨੇ ਤਾਂ ਸੇਮ ਕਾਰਵਾਈਆਂ ਜਿਹੜੀਆਂ ਹੈਗੀਆਂ ਨੇ ਉਹੀ ਪ੍ਰੋਵੀਜ਼ਨਸ ਲਾਗੂ ਹੋਣਗੀਆਂ। ਵੇਅਰ ਇਨ ਐਨੀ ਕੇਸ rule number sub rule 4 where in any case in which any respondent has under this rule file a memorandum of objections। ਜਦੋਂ ਰਿਸਪੋਂਡੈਂਟ ਵੱਲੋਂ ਮੈਮੋਰੈਂਡਮ ਆਫ ਆਬਜੈਕਸ਼ਨਸ ਫਾਈਲ ਕੀਤਾ ਜਾਂਦਾ ਹੈ ਦਾ original appeal is withdrawn। ਜੇ ਅਸਲ ਜਿਹੜਾ ਮਾਲਕ ਹੈਗਾ ਜਿਹਨੇ ਅਪੀਲ ਫਾਈਲ ਕੀਤੀ ਹੈ ਉਹ ਕੇਸ ਨੂੰ ਵਿਦਡਰਾ ਕਰ ਲਵੇ, ਆਪਣੀ ਅਪੀਲ ਨੂੰ ਵਿਦਡਰਾ ਕਰ ਲਵੇ। ਠੀਕ ਹੈ, ਸੋ ਧਿਆਨ ਨਾਲ ਸੁਣਨ ਦੀ ਗੱਲ ਹੈ ਥੋੜੀ ਜੀ। where in any case in which respondent has under this rule filed a memorandum of objections। ਅਪੀਲ ਫਾਈਲ ਕੀਤੀ A ਪਰਸਨ ਨੇ, B ਦੇ ਖਿਲਾਫ ਫਾਈਲ ਕੀਤੀ ਅਪੀਲ, B ਬਣ ਗਿਆ ਰਿਸਪੋਂਡੈਂਟ। ਹੁਣ ਰਿਸਪੋਂਡੈਂਟ ਨੇ ਵੀ ਅਪੀਲ ਫਾਈਲ ਕਰ ਦਿੱਤੀ ਇਹਦੇ ਵਿੱਚ ਹੀ ਮੈਮੋਰੈਂਡਮ ਆਫ ਆਬਜੈਕਸ਼ਨਸ ਫਾਈਲ ਕਰ ਦਿੱਤਾ, ਤਾਂ ਕੀ ਹੋਇਆ? ਜਦੋਂ ਅਪੀਲੈਂਟ ਨੂੰ ਲੱਗਿਆ ਵੀ ਤਾਂ ਗਲਤ ਹੋ ਗਿਆ ਤਾਂ ਦਾ original appeal is withdrawn। ਤਾਂ ਜਿਹੜਾ ਅਪੀਲੈਂਟ ਹੈ ਉਸਨੇ ਆਪਣੀ ਜਿਹੜੀ ਅਪੀਲ ਸੀਗੀ ਉਹਨੂੰ ਵਿਦਡਰਾ ਕਰ ਲਿਆ, ਜਾਂ ਫਿਰ ਕੋਰਟ ਨੇ ਔਰ ਇਜ਼ ਡਿਸਮਿਸਡ ਫਾਰ ਡਿਫਾਲਟ, ਜਾਂ ਕਿਸੇ ਕਾਰਨ ਜਿਹੜਾ ਹੈਗਾ ਅਪੀਲੈਂਟ ਹੈ ਡਿਫਾਲਟ ਹੋ ਗਿਆ ਤਾਂ ਜਿਹੜੀ ਅਪੀਲ ਹੈ ਉਹ ਡਿਸਮਿਸ ਹੋ ਗਈ। ਦ ਆਬਜੈਕਸ਼ਨ ਸੋ ਫਾਈਲਡ ਮੇ ਨੈਵਰਦਲੈਸ ਦਾ ਬੀ ਹਰਡ। ਤਾਂ ਜਿਹੜੇ ਆਬਜੈਕਸ਼ਨ ਫਾਈਲ ਕੀਤੇ ਗਏ ਨੇ ਰਿਸਪੋਂਡੈਂਟ ਵੱਲੋਂ ਫਿਰ ਉਹਨਾਂ ਦੀ ਸੁਣਵਾਈ ਨਹੀਂ ਹੋਏਗੀ। ਐਂਡ ਡਿਟਰਮਾਈਨਡ ਆਫਟਰ ਸਚ ਨੋਟਿਸ ਟੂ ਬੀ ਅਦਰ ਪਾਰਟੀਜ਼ ਐਜ਼ ਦਾ ਕੋਰਟ ਥਿੰਕਸ ਫਿਟ। ਤਾਂ ਜਿਹੜੇ ਹੈਗੇ ਨੇ ਆਬਜੈਕਸ਼ਨ ਕੀਤੇ ਗਏ ਜਿਹੜੇ ਹੈਗੇ ਆ ਰਿਸਪੋਂਡੈਂਟ ਵੱਲੋਂ ਤਾਂ ਉਹਨਾਂ ਨੂੰ ਨਾ ਹੀ ਫੈਸਲਾ ਹੋਣਾ ਇਹਦਾ ਤੇ ਨਾ ਹੀ ਉਹਨਾਂ ਦੀ ਸੁਣਵਾਈ ਹੋਣੀ ਹੈ। ਸਬ ਰੂਲ 5 ਚ ਕਿਹਾ ਗਿਆ ਦਾ ਪ੍ਰੋਵੀਜ਼ਨਸ ਰਿਲੇਟਿੰਗ ਟੂ ਦਾ ਅਪਰ ਅਪੀਲਸ ਬਾਈ ਦਾ ਇੰਡੀਜਨ ਪਰਸਨਸ ਸ਼ੈਲ ਸੋ ਫਾਰ। ਉਹਦੇ ਜਿਹੜੇ ਇੰਡੀਜਨ ਪਰਸਨਸ ਹੁੰਦੇ ਨੇ ਛੱਡ ਦੋ। ਨੈਕਸਟ ਹੈ 23 ਰਿਮਾਂਡ ਆਫ ਕੇਸ ਬਾਈ ਦਾ ਅਪੀਲੈਂਟ ਕੋਰਟ। ਅਪੀਲੈਂਟ ਕੋਰਟ ਇਨੀਸ਼ੀਅਲ ਸਟੇਜ ਤੇ ਜਿਹੜਾ ਕੇਸ ਹੈਗਾ ਉਸ ਨੂੰ ਰਿਮਾਂਡ ਕਰਕੇ ਲੋਅਰ ਕੋਰਟ original court ਵੀ ਭੇਜ ਸਕਦੀ ਹੁੰਦੀ ਹੈ। where the court from whose decree an appeal is preferred has disposed of the suit upon a preliminary point and the decree is reversed in appeal। the appellant court may if it thinks fit ਜੇ ਇਨੀਸ਼ੀਅਲ ਸਟੇਜ ਤੇ ਜਿਹੜੀ ਡਿਗਰੀ ਰਿਵਰਸ ਕਰ ਦਿੱਤੀ ਜਾਂਦੀ ਹੈ ਜਾਂ ਕੁਝ ਇਨੀਸ਼ੀਅਲ ਪੁਆਇੰਟਾਂ ਤੇ ਹੀ ਕੋਰਟ ਵੱਲੋਂ ਫੈਸਲਾ ਲਿਆ ਜਾਂਦਾ ਹੈ the appellant court may if it thinks fit by order remand the case and may further direct what issues shall be tried in the case so remanded। ਤੇ ਡਾਇਰੈਕਸ਼ਨ ਦੇ ਕੇ ਵੀ ਆਹ ਵਾਲੇ ਜਿਹੜੇ ਇਸ਼ੂ ਹੈਗੇ ਇਹਨਾਂ ਦੀ ਸੁਣਵਾਈ ਕਰਕੇ ਜਿਹੜਾ ਕੇਸ ਦਾ ਹੈਗਾ ਦੁਬਾਰਾ ਫੈਸਲਾ ਕਰਕੇ ਦੁਬਾਰਾ ਡਿਗਰੀ ਪਾਸ ਕੀਤੀ ਜਾਵੇ। 23 ਏਜ ਕੀ ਕਿਹਾ ਗਿਆ? ਰਿਮਾਂਡ ਇਨ ਅਦਰ ਕੇਸਸ। ਹੋਰ ਕੇਸਾਂ 'ਚ ਕਿਵੇਂ ਰਿਮਾਂਡ ਕੀਤਾ ਜਾਂਦਾ ਹੈ? where the court from whose decree an appeal is preferred has disposed of the case otherwise than on a preliminary point। ਉੱਪਰ ਤਾਂ ਗੱਲ ਕੀਤੀ ਗਈ ਸੀ 23 ਦੇ ਵਿੱਚ ਵੀ ਜਦੋਂ ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਹਨੇ ਬਸ ਇਨੀਸ਼ੀਅਲ ਸਟੇਜ ਤੇ ਹੀ ਡਿਗਰੀ ਪਾਸ ਕਰ ਦਿੱਤੀ। ਠੀਕ ਹੈ, ਉਹਦੀ ਅਪੀਲ ਫਾਈਲ ਹੋ ਗਈ। ਅਪੀਲੈਂਟ ਕੋਰਟ ਦੇਖਦੀ ਹੈ ਵੀ ਇਹ ਜਿਹੜੇ ਕੁਝ ਪੁਆਇੰਟਸ ਨੇ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੁਣਿਆ ਨਹੀਂ ਗਿਆ, ਇਸ਼ੂ ਨੂੰ ਪ੍ਰੋਪਰ ਤਰੀਕੇ ਨਾਲ ਇਸ਼ੂ ਫਰੇਮ ਨਹੀਂ ਕੀਤੇ ਗਏ, ਉਹਨਾਂ ਦਾ ਪ੍ਰੋਪਰ ਫੈਸਲਾ ਨਹੀਂ ਹੋਇਆ, ਤਾਂ ਕੋਰਟ ਜਿਹੜੀ ਹੈਗੀ ਹੈ ਅਪੀਲੈਂਟ ਕੋਰਟ ਕੇਸ ਨੂੰ ਰਿਮਾਂਡ ਕਰ ਸਕਦੀ ਹੈ। 23 ਏ ਦੇ ਵਿੱਚ ਕੀ ਕਿਹਾ ਗਿਆ? ਰਿਮਾਂਡ ਇਨ ਅਦਰ ਕੇਸਸ। ਜਿੱਥੇ ਕੇਸ ਦੀ ਪੂਰੀ ਸੁਣਵਾਈ ਹੋਈ ਹੋਵੇ, ਜਿਹੜੀ ਪਹਿਲੀ ਕੋਰਟ ਹੈਗੀ ਹੈ ਉਸਨੇ ਪੂਰੀ ਸੁਣਵਾਈ ਕਰਕੇ ਫੈਸਲਾ ਕੀਤਾ ਹੋਵੇ। ਠੀਕ ਹੈ, ਮਤਲਬ ਇਨੀਸ਼ੀਅਲ ਸਟੇਜ ਤੇ ਹੀ ਕੇਸ ਦੀ ਜਿਹੜੀ ਹੈਗੀ ਡਿਗਰੀ ਪਾਸ ਨਾ ਕੀਤੀ ਗਈ ਹੋਵੇ, ਪ੍ਰੀਲਿਮਿਨਰੀ ਪੁਆਇੰਟਾਂ ਤੇ ਹੀ ਡਿਗਰੀ ਪਾਸ ਨਾ ਕੀਤੀ ਗਈ ਹੋਵੇ। ਦੈਨ ਉਹਨਾਂ ਕੇਸਾਂ ਦੀ ਗੱਲ ਕੀਤੀ ਇਹਦੇ ਵਿੱਚ 23 ਏ ਦੇ ਵਿੱਚ
where the court from whose decree an appeal is preferred has disposed of the case otherwise than on a preliminary point and the decree is reversed in appeal की डिग्री पास रिवर्स होगी। ठीक है, डिग्री पास की ਸੀ ਕੋਰਟ ਨੇ ਪੂਰੀ ਪੈਰਵਾਈ ਕਰਨ ਤੋਂ ਉਪਰੰਤ ਤਾਂ ਅਪੀਲ ਦੇ ਵਿੱਚ ਜਿਹੜੀ ਡਿਗਰੀ ਆ ਰਿਵਰਸ ਹੋ ਗਈ ਐਂਡ ਰੀਟ੍ਰਾਇਲ ਇਜ਼ ਕੰਸੀਡਰਡ ਨੈਸੈਸਰੀ। ਕੋਰਟ ਨੂੰ ਅਪੀਲ ਐਂਡ ਕੋਰਟ ਨੂੰ ਲੱਗਦਾ ਵੀ ਇਹ ਜਿਹੜਾ ਕੇਸ ਹੈਗਾ ਇਹਦੀ ਰੀਟ੍ਰਾਇਲ ਦੁਬਾਰਾ ਹੋਣਾ ਜ਼ਰੂਰੀ ਹੈਗਾ। ਕੁਝ ਪੁਆਇੰਟਸ ਐਸੇ ਰਹਿ ਗਏ ਜਿਹੜੇ ਮਤਲਬ ਕਿ ਸੁਣਨ ਤੋਂ ਜਿਹੜੇ ਅਪੀਲੈਂਟ ਕੋਰਟ ਦੇ ਵਿੱਚ ਆ ਕੇ ਅਪੀਲੈਂਟ ਬਣਾਉ ਦੱਸੇ ਗਏ ਨੇ, ਕੋਰਟ ਦੇ ਧਿਆਨ 'ਚ ਲਿਆਂਦੇ ਗਏ ਨੇ ਤੇ ਇਹਨਾਂ ਦਾ ਫੈਸਲਾ ਵੀ ਹੋਣਾ ਜ਼ਰੂਰੀ ਹੈਗਾ। ਪਰ ਜਦੋਂ ਇੱਦਾਂ ਦੇ ਕੁਝ ਫੈਸਲੇ ਕੁਝ ਜਿਹਦੀ ਕਾਰਵਾਈ ਜ਼ਿਆਦਾ ਹੁੰਦੀ ਹੈ, ਐਵੀਡੈਂਸ ਲੈਣੀ ਜ਼ਰੂਰਤ ਹੁੰਦੀ ਹੈ ਤਾਂ ਜਿਹੜੀ ਅਪੀਲੈਂਟ ਕੋਰਟ ਹੁੰਦੀ ਹੈ ਉਸ ਨੂੰ ਕੇਸ ਨੂੰ ਰਿਵਰਸ ਕਰਕੇ ਤੇ ਵਾਪਸ ਕੋਰਟ ਨੂੰ ਮਤਲਬ ਕਿ ਰੀਟ੍ਰਾਇਲ ਲਈ ਭੇਜ ਦਿੱਤਾ ਜਾਂਦਾ ਹੈ ਤੇ ਰਿਮਾਂਡ ਕਰਕੇ ਕਰਤਾ ਜਾਂਦਾ ਤਾਂ ਕਿ ਜਿਹੜੀ ਕੁਝ ਐਵੀਡੈਂਸ ਜਿਹਨੇ ਰਹਿ ਗਈਆਂ ਤਾਂ ਉਹ ਪ੍ਰੋਪਰ ਲਈਆਂ ਜਾਣ। ਤਾਂ ਕੋਰਟ ਸ਼ੈਲ ਹੈਵ ਦਾ ਸੇਮ ਪਾਵਰ ਐਜ਼ ਇਟ ਹੈਜ਼ ਅੰਡਰ ਦਾ ਰੂਲ 23। ਤਾਂ ਦੁਬਾਰਾ ਰਿਮਾਂਡ ਕਰ ਕੇਸ ਨੂੰ ਦੁਬਾਰਾ ਰਿਮਾਂਡ ਕਰਤਾ ਜਾਂਦਾ ਹੈ ਵੀ ਨਵੇਂ ਸਿਰੇ ਤੋਂ ਕੁਝ ਪੁਆਇੰਟਸ ਜਿਹੜੇ ਹੈਗੇ ਨੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ, ਉਹਦੀ ਪ੍ਰੋਪਰ ਐਵੀਡੈਂਸ ਲਈ ਜਾਵੇ। 24 'ਚ ਕਿਹਾ ਹੈਗਾ where evidence on record sufficient appealant court may determine case finally। ਜਿੱਥੇ ਐਵੀਡੈਂਸ ਪੂਰੀ ਹੋ ਗਈ ਮਤਲਬ ਕੋਰਟ ਨੂੰ ਲੱਗਦਾ ਵੀ ਕੋਈ ਐਵੀਡੈਂਸ ਦੀ ਕਮੀ ਨਹੀਂ ਰਹੀ ਜਾਂ ਪਿਛਲੇ ਲੋਅਰ ਕੋਰਟ ਦੇ ਵਿੱਚ ਐਵੀਡੈਂਸਸ ਪੂਰੀਆਂ ਸੁਣੀਆਂ ਗਈਆਂ ਨੇ ਜਾਂ ਨਹੀਂ ਸੁਣੀਆਂ ਗਈਆਂ, ਜਿੱਥੇ ਤਾਂ ਨਹੀਂ ਸੁਣੀਆਂ ਗਈਆਂ ਪੂਰੀਆਂ ਐਵੀਡੈਂਸਸ ਨਹੀਂ ਲਈਆਂ ਗਈਆਂ ਫਿਰ ਤਾਂ ਕੋਰਟ ਰਿਮਾਂਡ ਕਰ ਦਿੰਦੇ ਕੇਸ ਨੂੰ। ਠੀਕ ਹੈ, ਜਿੱਥੇ ਐਵੀਡੈਂਸ ਪੂਰੀਆਂ ਪ੍ਰੋਪਰ ਲਈਆਂ ਨੇ ਤੇ ਕੋਰਟ ਨੇ ਆਪਦੀ ਜਿਹੜੀ ਜੱਜਮੈਂਟ ਦਿੱਤੀ ਹੈ ਮੇ ਵੀ ਕੋਈ ਵੀ ਜੱਜਮੈਂਟ ਦਿੱਤੀ ਹੈ ਡਿਗਰੀ ਪਾਸ ਕੀਤੀ ਹੈ ਤਾਂ ਇਸ ਅਜਿਹੇ ਕੇਸ ਦੇ ਵਿੱਚ ਜਿਹੜੀ ਕੋਰਟ ਹੈ ਅਪੀਲੈਂਟ ਕੋਰਟ ਹੈ ਕੇਸ ਨੂੰ ਰਿਮਾਂਡ ਨਹੀਂ ਕਰਦੀ ਤਾਂ ਉਹ ਸਾਰੀਆਂ ਜਿੱਥੇ ਐਵੀਡੈਂਸ ਹੈਗੀਆਂ ਨੇ ਫਿਰ ਆਪਣੀ ਜੱਜਮੈਂਟ ਦੇ ਮੁਤਾਬਕ ਉਸ ਡਿਗਰੀ ਨੂੰ ਕਨਫਰਮ ਵੀ ਕਰ ਸਕਦੀ ਹੈ ਤੇ ਰਿਵਰਸ ਵੀ ਕਰ ਸਕਦੀ ਹੈ ਜਾਂ ਫਿਰ ਮੋਡੀਫਾਈ ਵੀ ਕਰ ਸਕਦੀ ਹੈ। 25 ਦੇ ਵਿੱਚ ਕੀ ਹੈਗਾ where appealant court may frame issue and refer them for the trial to court whose degree appealed from। ਕੁਝ ਕੇਸਾਂ ਦੇ ਵਿੱਚ ਜਦੋਂ ਅਪੀਲੈਂਟ ਜਿਹੜੀ ਕੋਰਟ ਹੈਗੀ ਹੈ ਇਸ਼ੂ ਫਰੇਮ ਕਰਦੀ ਹੈ, ਇਸ਼ੂ ਫਰੇਮ ਕਰਕੇ ਫਿਰ ਇਸ਼ੂ ਨੂੰ ਸਾਬਤ ਕਰਨਾ ਜਾਂ ਪ੍ਰੂਵ ਕਰਨਾ ਉਹਦੇ ਲਈ ਐਵੀਡੈਂਸ ਦੀ ਲੋੜ ਪੈਂਦੀ ਹੈ। ਐਵੀਡੈਂਸ ਜਿਹੜੀ ਅਪੀਲੈਂਟ ਕੋਰਟ ਹੈ ਨਹੀਂ ਲੈਂਦੀ, ਐਵੀਡੈਂਸ ਲੈਣ ਦੇ ਲਈ ਫਿਰ ਦੁਬਾਰਾ ਜਿਹੜੀ ਲੋਅਰ ਕੋਰਟ ਜਾਣਾ ਪੈਂਦਾ ਤਾਂ ਕੋਰਟ ਜਿਹੜੀ ਡਾਇਰੈਕਸ਼ਨ ਦਿੰਦੀ ਹੈ ਲੋਅਰ ਕੋਰਟ ਨੂੰ ਵੀ ਆਹ ਜਿਹੜੇ ਇਸ਼ੂ ਫਰੇਮ ਅਸੀਂ ਕੀਤੇ ਹੈਗੇ ਆ ਇਹਨਾਂ ਇਸ਼ੂਜ਼ ਨੂੰ ਸਾਬਤ ਕਰਨ ਦੀ ਖਾਤਰ ਇੱਕ ਪਾਰਟੀ ਉਹਨੂੰ ਪ੍ਰੂਵ ਕਰਨਾ ਚਾਹੁੰਦੀ ਹੈ, ਦੂਜੀ ਪਾਰਟੀ ਡਿਸਪਰੂਵ ਕਰਨਾ ਚਾਹੁੰਦੀ ਹੈ। ਇਹਦੇ ਲਈ ਕੀ ਹੁੰਦੀ ਹੈ ਐਵੀਡੈਂਸ ਦੀ ਜ਼ਰੂਰਤ ਪੈਂਦੀ ਹੈ ਤਾਂ ਲੋਅਰ ਕੋਰਟ ਨੂੰ ਕੇਸ ਜਿਹੜਾ ਹੈਗਾ ਭੇਜਿਆ ਜਾਂਦਾ ਹੈ ਤਾਂ ਕਿ ਲੋਅਰ ਕੋਰਟ ਉਹਨਾਂ ਇਸ਼ੂਜ਼ ਦੇ ਉੱਪਰ ਜਿਹੜੀ ਹੈਗੀ ਇਸ਼ੂ ਫਰੇਮ ਕੀਤੇ ਗਏ ਇਸ਼ੂਜ਼ ਨੂੰ ਦੇ ਮੁਤਾਬਕ ਦੋਨੀਆਂ ਪਾਰਟੀਆਂ ਦੀ ਜਿਹੜੀ ਐਵੀਡੈਂਸ ਹੈ ਲਈ ਜਾਵੇ। Where the court from whose degree the appeal is preferred has omitted to frame or try any issue ਕੋਈ issue ਜਿਹੜੇ frame ਕਰਨ ਤੋਂ ਰਹਿ ਗਏ lower court ਵੱਲੋਂ or to determine any question of the fact which appears to the appellant court essential to the right decision ਲੈਣ ਦੇ ਲਈ ਜ਼ਰੂਰੀ ਸੀਗੇ ਪਰ ਨਹੀਂ ਕਿਤੇ omit ਹੋ ਗਏ ਕਿਸੇ ਕਾਰਨ। the suit upon the merits the appellant court may if necessary frame issue and refer the case same for the trial to the lower court from whose degree appeal is preferred and in such case shall direct such court to take additional evidence ਜਿਹੜੀ ਐਵੀਡੈਂਸ ਉਹਨੇ ਪਹਿਲਾਂ ਲੈ ਚੁੱਕੀ ਸੀ ਵੀ ਹੋਰ ਐਵੀਡੈਂਸ ਲਓ ਜਿਹੜੇ ਇਸ਼ੂ ਫਰੇਮ ਕੀਤੇ ਹੈ ਨਵੇਂ and such court shall proceed to try such issues and shall return the evidence। ਜਦੋਂ ਕੋਰਟ ਜਿਹੜੀ ਲੋਅਰ ਕੋਰਟ ਹੈ ਫਿਰ ਉਹ ਇਸ਼ੂ ਫਰੇਮ ਕੀਤੇ ਹੋਏ ਦੇ ਮੁਤਾਬਕ ਜਿਹੜੀ ਐਵੀਡੈਂਸ ਲੈਂਦੀ ਹੈ ਐਵੀਡੈਂਸ ਲੈ ਕੇ ਫਿਰ ਸਾਰੀ ਦੀ ਸਾਰੀ ਕਾਰਵਾਈ ਦੁਬਾਰਾ ਫਿਰ ਉਹ ਅਪੀਲੈਂਟ ਕੋਰਟ ਭੇਜ ਦਿੱਤੀ ਜਾਂਦੀ ਹੈ। ਅਪੀਲੈਂਟ ਕੋਰਟ ਫਿਰ ਉਸ ਐਵੀਡੈਂਸ ਦੇ ਮੁਤਾਬਕ ਜਿਹੜਾ ਹੈਗਾ ਡਿਟਰਮਨ ਕਰਦੇ ਕੇਸ ਨੂੰ। ਰੂਲ ਨੰਬਰ 26 ਫਾਈਂਡਿੰਗਸ ਐਂਡ ਐਵੀਡੈਂਸ ਟੂ ਬੀ ਪੁੱਟ ਔਨ ਰਿਕਾਰਡ ਆਬਜੈਕਸ਼ਨਸ ਟੂ findings। Such evidence and findings shall form part of the record। ਜਿਹੜੀ ਇਹ ਐਵੀਡੈਂਸ ਲਈ ਗਈ ਹੈ ਅੰਡਰ ਰੂਲ 25 ਲੋਅਰ ਕੋਰਟ ਨੇ ਠੀਕ ਹੈ ਇਹ ਵੀ ਫਿਰ ਉਹਦਾ ਜਿਹੜਾ ਕੇਸ ਹੈ ਉਹਦਾ ਪਾਰਟ ਬਣ ਜਾਂਦੀ ਹੈ। Such evidence and findings ਐਵੀਡੈਂਸ ਦਾ ਪਾਰਟ ਹੈ ਕੋਰਟ ਨੇ ਦਿੱਤੀ ਪਾਰਟੀਆਂ ਨੇ ਐਵੀਡੈਂਸ ਕ੍ਰੀਏਟ ਕੀਤੀ ਤਾਂ ਜਿਹੜੀ ਕੋਰਟ ਹੈ ਕੋਰਟ ਨੇ ਆਪਦੀ ਫਾਈਂਡਿੰਗ ਦਿੱਤੀ shall form part of the record in suit and either party may within a time to be fixed by the appellant court present a memorandum of objections to any findings। ਜਿਹੜੀ ਫਾਈਂਡਿੰਗ ਦਿੱਤੀ ਹੈ ਉਹਦੀ ਵੀ ਜਿਹੜੀ ਹੈਗੀ ਆ objections ਕੋਈ ਪਾਰਟੀ ਕਰ ਸਕਦੀ ਹੈ। then ਅਗਰ determination of the appeal after the expiration of the period so fixed
फॉर प्रेजेंटिंग सच मैमोरेंडम ਜਿਹੜੀ ਫਾਈਨਿੰਗ ਕੋਰਟ ਨੇ ਦਿੱਤੀ ਹੈ ਲੋਅਰ ਕੋਰਟ ਨੇ, ਠੀਕ ਹੈ, ਤਾਂ ਉਹਦੇ ਵਿੱਚ ਦੂਜੀ ਪਾਰਟੀ ਨੂੰ objection ਦੇਣ ਦੇ ਲਈ ਮੈਮੋਰੈਂਡਮ ਫਾਈਲ ਕਰਨ ਦੇ ਲਈ ਸਮਾਂ ਦਿੱਤਾ ਜਾਂਦਾ ਹੈ। After the expiration of the period so fixed for presenting such memorandum, the appealant court shall proceed to determine the appeal। ਕੋਈ ਪਾਰਟੀ ਫਾਈਲ ਕਰਦੀ ਹੈ ਤਾਂ ਠੀਕ ਹੈ, ਜੇ ਨਿਯਤ ਸਮੇਂ ਦੇ ਦੌਰਾਨ ਕੋਈ ਪਾਰਟੀ ਇਹਦਾ ਮੈਮੋਰੈਂਡਮ ਫਾਈਲ ਨਹੀਂ ਕਰਦੀ ਤਾਂ ਜਿਹੜੀ ਕੋਰਟ ਹੈਗੀ ਹੈ appealant ਕੋਰਟ ਕੇਸ ਦੀ ਸੁਣਵਾਈ ਕਰਨ ਦੇ ਲਈ ਪ੍ਰੋਸੀਡ ਕਰਦੀ ਹੈ ਫਰਦਰ। Rule 26A order of the remand to mention date of next hearing। ਜਦੋਂ ਕੋਈ ਕੇਸ ਉੱਪਰਲੀਆਂ ਸੈਕਸ਼ਨ ਰੂਲ 23A ਦੇ ਵਿੱਚ ਜਾਂ 25 ਦੇ ਵਿੱਚ ਕੋਈ ਕੇਸ ਰਿਮਾਂਡ ਕੀਤਾ ਜਾਂਦਾ ਹੈ ਤਾਂ ਜਿਹੜੀ ਅਪੀਲੈਂਟ ਕੋਰਟ ਹੈਗੀ ਹੈ ਉਹ ਅਪੀਲੈਂਟ ਕੋਰਟ ਹੀ ਕੇਸ ਨੂੰ ਐਡਜਰਨ ਕਰਕੇ ਦੂਜੀ ਕੋਰਟ 'ਚ ਹਾਜ਼ਰ ਹੋਣ ਦੇ ਲਈ ਜਿਹੜੀ ਹੈਗੀ ਹੈ ਡੇਟ ਫਿਕਸ ਕਰ ਦਿੰਦੀ ਹੈ। ਰੂਲ 27 ਪ੍ਰੋਡਕਸ਼ਨ ਆਫ ਐਡੀਸ਼ਨਲ ਐਵੀਡੈਂਸ ਐਨ ਅਪੀਲੈਂਟ ਕੋਰਟ। ਜਨਰਲ ਜਿਹੜੀ ਐਵੀਡੈਂਸਿਸ ਹੁੰਦੀ ਹੈ ਉਹ ਲੋਅਰ ਕੋਰਟ 'ਚ ਹੁੰਦੀ ਹੈ ਜਨਰਲ ਤੌਰ ਤੇ, ਪਰ ਜਿੱਥੇ ਕਿਤੇ ਰੇਅਰ ਕੇਸਿਸ ਦੇ ਵਿੱਚ ਜਿਹੜੀ ਹੈਗੀ ਮਤਲਬ ਐਡੀਸ਼ਨਲ ਐਵੀਡੈਂਸ ਰੇਅਰ ਕੇਸਿਸ ਦੇ ਵਿੱਚ ਹੀ ਜਿਹੜੀ ਅਪੀਲੈਂਟ ਕੋਰਟ 'ਚ ਫਾਈਲ ਕੀਤੀ ਜਾ ਸਕਦੀ ਹੈ। ਤਾਂ ਪਾਰਟੀਜ਼ ਟੂ ਐਨ ਅਪੀਲ ਸ਼ੈਲ ਨਾਟ ਬੀ ਇੰਟਾਈਟਲਡ ਟੂ ਪ੍ਰੋਡਿਊਸ ਐਡੀਸ਼ਨਲ ਐਵੀਡੈਂਸ। ਦੇਖੋ ਸਾਫ਼ ਕਿਹਾ ਹੈਗਾ, ਲਾਅ ਇਹੀ ਕਹਿੰਦਾ ਵੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਐਡੀਸ਼ਨਲ ਐਵੀਡੈਂਸ ਪੇਸ਼ ਨਹੀਂ ਕਰ ਸਕਦੀਆਂ ਵੈਦਰ ਓਰਲ ਔਰ ਡਾਕੂਮੈਂਟਰੀ, ਠੀਕ ਹੈ, ਇਨ ਦਾ ਅਪੀਲੈਂਟ ਕੋਰਟ। ਅਪੀਲੈਂਟ ਕੋਰਟ ਦੇ ਵਿੱਚ ਐਡੀਸ਼ਨਲ ਐਵੀਡੈਂਸ ਨਹੀਂ ਫਾਈਲ ਕੀਤੀ ਜਾ ਸਕਦੀ, ਬਟ ਇਫ ਕੁਛ ਪ੍ਰੋਵੀਜ਼ਨ ਦਿੱਤੀਆਂ ਹੈਗੀਆਂ ਨੇ, but if the court from whose degree the appeal is preferred has refused to admit evidence, ਜਿੱਥੇ ਕਿਤੇ ਕੋਰਟ ਨੇ ਰਿਫਿਊਜ਼ ਕਰ ਦਿੱਤਾ ਗਿਆ ਹੋਵੇ ਐਵੀਡੈਂਸ ਨਾ ਲਈ ਹੋਵੇ ਤਾਂ ਅਜਿਹੇ ਕੇਸ ਦੇ ਵਿੱਚ the party seeking to produce additional evidence, ਜੇ ਪਾਰਟੀ ਚਾਹੁੰਦੀ ਹੋਵੇ additional evidence ਪ੍ਰੋਡਿਊਸ ਕਰਨ ਦੇ ਲਈ establishes that notwithstanding the exercise of the diligence, ਉਹਨੇ ਵੀ ਮਤਲਬ ਪੂਰੀ ਕੋਸ਼ਿਸ਼ ਕੀਤੀ ਸੀ ਪਰ ਕਿਤੇ omit ਕਰ ਗਈ ਪਾਰਟੀ, ਠੀਕ ਹੈ, ਐਡੀਸ਼ਨਲ ਐਵੀਡੈਂਸ ਉਹਨੇ ਮਤਲਬ ਕਿ ਕੋਈ ਐਵੀਡੈਂਸ ਪੇਸ਼ ਕਰਨੀ ਸੀਗੀ ਤਾਂ ਉਹ ਆਪਣੀ ਪੂਰੀ ਕੋਸ਼ਿਸ਼ ਰੱਖਣ ਦੇ ਬਾਵਜੂਦ ਵੀ ਪੂਰਾ ਧਿਆਨ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਉਹ ਐਵੀਡੈਂਸ ਦੇਣ ਤੋਂ ਚੁੱਕ ਗਈ ਤਾਂ ਅਜਿਹੇ ਕੇਸ ਦੇ ਵਿੱਚ the appellant court require any document to be produced or any witness to be examined to enable it to pronounce judgment। ਜਾਂ ਕੋਰਟ ਨੂੰ ਲੱਗਦਾ ਹੈ ਵੀ ਜਜਮੈਂਟ ਨੂੰ ਪ੍ਰੋਨਾਂਸ ਕਰਨ ਵਾਸਤੇ ਜਿਹੜੀ ਹੈਗੀ ਹੈ ਇਹ ਐਵੀਡੈਂਸ ਦੀ ਜ਼ਰੂਰਤ ਬਣਦੀ ਹੀ ਲੈਣੀ ਬਣਦੀ ਹੈ ਤਾਂ ਅਪੀਲੈਂਟ ਕੋਰਟ ਮੇ ਅਲਾਓ ਸੱਚ ਐਵੀਡੈਂਸ। ਤਾਂ ਜਿਹੜੀ ਅਪੀਲੈਂਟ ਕੋਰਟ ਹੈਗੀ ਹੈ ਅਜਿਹੇ ਕੁਝ ਕਾਰਨ ਹੈਗੇ ਨੇ, ਠੀਕ ਹੈ, ਜਿੱਥੇ ਕੋਰਟ ਨੇ ਰਿਫਿਊਜ਼ ਕਰ ਦਿੱਤਾ ਹੋਵੇ ਜਾਂ ਪਾਰਟੀ ਗਲਤੀ ਦੇ ਨਾਲ ਪਾਰਟੀ ਤੋਂ ਐਡੀਸ਼ਨਲ ਕੋਈ ਐਵੀਡੈਂਸ ਲੋਅਰ ਕੋਰਟ 'ਚ ਦੇਣ ਤੋਂ ਰਹਿ ਗਈ ਹੋਵੇ ਜਾਂ ਕੋਰਟ ਨੂੰ ਲੱਗਦਾ ਹੋਵੇ ਵੀ ਹਾਂ ਇਹ ਜ਼ਰੂਰੀ ਹੈਗੀ ਹੈ ਤਾਂ ਅਪੀਲੈਂਟ ਕੋਰਟ ਮੇ ਅਲਾਓ ਸੱਚ ਐਵੀਡੈਂਸ or document to be produced or witnesses to be examined। ਤਾਂ ਜਿਹੜੀ ਅਪੀਲੈਂਟ ਕੋਰਟ ਹੈਗੀ ਹੈ ਉਹ ਅਲਾਓ ਕਰ ਸਕਦੀ ਹੈ, ਕੋਈ ਡਾਕੂਮੈਂਟ ਲੈ ਸਕਦੀ ਹੈ, ਕੋਈ ਵਿਟਨੈਸ ਨੂੰ ਕਿਸੇ ਵਿਟਨੈਸ ਨੂੰ ਕੋਈ ਪਾਰਟੀ ਪ੍ਰੋਡਿਊਸ ਕਰਨਾ ਚਾਹੁੰਦੀ ਹੈ ਤਾਂ ਉਹਦੀ ਗਵਾਹੀ ਲੈ ਸਕਦੀ ਹੈਗੀ ਹੈ। Where additional evidence is allowed to be produced by an appellant court, the court shall record the reasons of its admission। ਤਾਂ ਕੋਰਟ ਦੀ ਰੀਜ਼ਨ ਦੱਸੇਗੀ ਵੀ ਕਿਉਂ ਸੀ ਇਹ ਜਿਹੜੀ ਹੈਗੀ ਹੈ additional evidence ਲੈਣ ਦੀ ਲੋੜ ਕਿਉਂ ਪਈ ਹੈ। Mode of taking additional evidence, ਕਿਵੇਂ ਲਈ ਜਾਂਦੀ ਹੈ additional evidence? Whenever additional evidence is allowed under Rule 27 to be produced, the appellant court may either take such evidence or direct the lower court from whose, ਦੇਖੋ ਆਪ ਵੀ ਲੈ ਸਕਦੀ ਹੈ ਕੋਰਟ ਜਾਂ ਫਿਰ ਲੋਅਰ ਕੋਰਟ ਨੂੰ ਮਤਲਬ ਕਿ ਡਾਇਰੈਕਸ਼ਨ ਦੇ ਸਕਦੇ ਵੀ ਇਹ ਜਿਹੜੀ additional evidence ਹੈ ਇਹ ਲਈ ਜਾਵੇ, or any other subordinate court to take such evidence and to send it when taken to the appellant court। ਕਿਸੇ ਜਿਹੜੀ ਕੋਰਟ ਨੇ ਫੈਸਲਾ ਕੀਤਾ ਸੀ ਉਸ ਕੋਰਟ ਨੂੰ ਵੀ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਜਾਂ ਕਿਸੇ ਹੋਰ ਲੋਅਰ ਕੋਰਟ ਨੂੰ ਵੀ ਕਿਹਾ ਜਾ ਸਕਦਾ ਹੈ ਵੀ ਇਹ ਐਵੀਡੈਂਸ ਲੈ ਕੇ ਤੁਸੀਂ ਸਾਨੂੰ ਜਿਹੜਾ ਰਿਕਾਰਡ ਹੈਗਾ ਭੇਜੋ। ਰੂਲ 29 ਚ ਕੀ ਕਿਹਾ ਗਿਆ? points to be defined and recorded। Where additional evidence is detected or allowed to be taken, the appellant court shall specify the points। ਕਿਹੜੇ ਪੁਆਇੰਟ ਹੈਗੇ ਆ ਉਹ ਕੋਰਟ ਅਪੀਲੈਂਟ ਕੋਰਟ ਵੱਲੋਂ ਸਪੈਸੀਫਾਈ ਕੀਤੇ ਜਾਣਗੇ ਟੂ ਵਿਚ ਦ ਐਵੀਡੈਂਸ ਇਜ਼ ਟੂ ਬੀ ਕਨਫਾਈਨਡ, ਕਿਹੜੇ ਪੁਆਇੰਟਾਂ ਦੀ ਜਿਹੜੀ ਐਵੀਡੈਂਸ ਹੈ ਲੈਣੀ ਹੈ ਐਂਡ ਰਿਕਾਰਡ ਔਨ ਇਟਸ ਪ੍ਰੋਸੀਡਿੰਗਸ ਦ ਪੁਆਇੰਟਸ ਸੋ ਸਪੈਸੀਫਾਈਡ। ਜਿਹੜੇ ਪੁਆਇੰਟਸ ਮਤਲਬ ਕਿ ਦਰਸਾਏ ਗਏ ਕੋਰਟ ਵੱਲੋਂ ਤੇ ਉਹਨਾਂ ਦੀ ਜਿਹੜੀ ਪ੍ਰੋਸੀਡਿੰਗ ਹੈਗੀ ਹੈ ਜਿਹੜੀ ਕੋਰਟ ਵੀ ਐਵੀਡੈਂਸ ਲੈਂਦੀ ਹੈ ਚਾਹੇ ਉਹ ਓਰੀਜਨਲ ਕੋਰਟ ਲੈਂਦੀ ਹੈ ਚਾਹੇ ਕੋਈ ਹੋਰ ਸਬੋਰਡੀਨੇਟ ਕੋਰਟ ਲੈਂਦੀ ਹੈ ਚਾਹੇ ਅਪੀਲੈਂਟ ਕੋਰਟ ਖੁਦ ਲੈਂਦੀ ਹੈਗੀ ਹੈ ਤਾਂ ਸਾਰੀ ਪ੍ਰੋਸੀਡਿੰਗ ਨੋਟ ਕੀਤੀ ਜਾਂਦੀ ਹੈ।
देन आ गया जजमेंट इन अपील। रूल 30 जो अपील की कार्रवाई होंगी है सारी, ठीक है, सारिया प्रोसीडिंग स्टार्ट हो खत्म होने तो बाद तो फिर उसकी जजमेंट की जजमेंट दी जाती है कोर्ट वालों। जजमेंट वैन एंड वेयर प्रोनाउंसड, जजमेंट कदों ते कित्थे प्रोनाउंस होंदी है। कित्थे का मतलब ओपन कोर्ट के प्रोनाउंस की जाती है। द अपीलेंट कोर्ट आफ्टर हियरिंग द पार्टीज और their pleaders and referring to any part of the proceedings, whether on appeal or in the court from whose decree the appeal is preferred, to which references may be considered necessary, shall pronounce the judgment in the open court either at once, मतलब कि जो सारी कार्रवाई खत्म होगी उसी वेले सुना सकती है या फिर कोई डेट रख सकती है, और some future day of which notice shall be given to the parties or their pleaders। पार्टियां ਨੂੰ ਨੋਟਿਸ ਦੇ ਕੇ ਤੇ ਉਹਨਾਂ ਦੇ ਪਲੀਡਰ ਨੂੰ ਨੋਟਿਸ ਦੇ ਕੇ ਜਿਹੜੀ ਜਜਮੈਂਟ ਦੀ ਜਿਹੜੀ ਡੇਟ ਹੈਗੀ ਆ ਉਹ ਅਨਾਉਂਸ ਕੀਤੀ ਜਾਂਦੀ ਹੈ ਓਪਨ ਕੋਰਟ ਦੇ ਵਿੱਚ। where a written judgment is to be pronounced, it shall be sufficient if the points for determination, the decision thereon, and the final order passed in the appeal are read out। मतलब ਸ਼ਾਰਟ ਦੇ ਵਿੱਚ ਜਿਹੜਾ ਫਾਈਨਲ ਆਰਡਰ ਹੁੰਦਾ ਹੈਗਾ ਉਹ ਰੀਡ ਆਊਟ ਕੀਤਾ ਜਾਂਦਾ ਹੈ, and it shall not be necessary for the court to read out the whole judgment। ਸਾਰੀ ਜਜਮੈਂਟ ਪੜ੍ਹਨ ਦੀ ਲੋੜ ਨਹੀਂ ਹੁੰਦੀ, but a copy of the whole judgment shall be made available for the perusal of the parties। ਪਾਰਟੀਆਂ ਨੂੰ ਜਜਮੈਂਟ ਦੀ ਕਾਪੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਦੇਖ ਸਕਦੀਆਂ ਨੇ, or their leaders immediately after the judgment is pronounced। ਜਦੋਂ ਜਜਮੈਂਟ ਪ੍ਰੋਨਾਂਸ ਕੀਤੀ ਜਾਂਦੀ ਹੈ ਇਮੀਡੀਏਟਲੀ ਵੈਸੇ ਤਾਂ ਕਾਪੀ ਦੇਣੀ ਬਣਦੀ ਹੁੰਦੀ ਹੈ, ਇਹ ਲਾਅ ਕਹਿੰਦਾ ਹੈ, ਪਰ ਬੇਸ਼ੱਕ ਕਾਪੀਆਂ ਜਿਹੜੀਆਂ ਪਾਰਟੀਆਂ ਬਾਅਦ ਚ ਲੈਂਦੀਆਂ ਨੇ। then rule 31 ਚ ਕੀ ਹੈ, ਕੰਟੈਂਟਸ ਕੀ ਹੁੰਦੇ ਨੇ, ਕੰਟੈਂਟਸ ਆਫ ਦਾ ਜਜਮੈਂਟ, ਕੰਟੈਂਟਸ, ਡੇਟ, ਸਿਗਨੇਚਰ, ਔਰ ਜਿਹੜੇ ਆਪਾਂ ਨੂੰ ਸਾਨੂੰ ਪਤਾ ਹੀ ਹੈਗਾ ਕਿ ਕਿਹੜੇ ਕਿਹੜੇ ਪੁਆਇੰਟਾਂ ਦੇ ਜਿਹੜੇ ਡਿਸੀਜਨ ਸੁਣਾਇਆ ਗਿਆ ਹੈਗਾ, ਕਿਹੜੀ ਡੇਟ ਨੂੰ ਸੁਣਾਇਆ ਗਿਆ, ਕਿਹੜੀ ਕੋਰਟ ਦਾ ਨਾਮ ਕੀ ਹੈਗਾ, ਠੀਕ ਹੈ ਜੀ, ਕੋਰਟ ਦੇ ਵੱਲੋਂ ਜਿਹੜੇ ਸਾਈਨ ਕੀਤੇ ਜਾਂਦੇ ਆ, ਸਟੈਂਪ ਲਗਾਈ ਜਾਂਦੀ ਹੈ। ਵਾਟ ਜਜਮੈਂਟ ਮੇ ਡਾਇਰੈਕਟ, ਤੇ ਜਜਮੈਂਟ ਮੇ ਵੀ ਫਾਰ ਕਨਫਰਮਿੰਗ ਵੈਰੀਫਿੰਗ। ਜਜਮੈਂਟ ਜਿਹੜੀ ਹੈਗੀ ਆ ਦੋ ਤਿੰਨ ਤਰੀਕੇ ਉਹ 'ਚ ਹੋ ਸਕਦੇ ਨੇ। ਜਿਹੜੀ ਡਿਗਰੀ ਹੈ ਪਹਿਲੀ ਉਹਨੂੰ ਕਨਫਰਮ ਵੀ ਕੀਤਾ ਜਾ ਸਕਦਾ ਹੈ, ਉਹਨੂੰ ਰਿਵਰਸ ਵੀ ਕੀਤਾ ਜਾ ਸਕਦਾ ਹੈ, ਉਹਦੇ 'ਚ ਕੋਈ ਅਮੈਂਡਮੈਂਟ ਵੀ ਕੀਤੀ ਜਾ ਸਕਦੀ ਹੈ। 33 'ਚ ਕਿਹਾ ਪਾਵਰ ਆਫ ਦਾ ਕੋਰਟ ਆਫ ਅਪੀਲ, ਦ ਅਪੀਲੈਂਟ ਕੋਰਟ ਸ਼ੈਲ have power to pass any decree and make any order which are to have been passed or made, and to pass or make such further or other decree or order as the case may require। मतलब कोर्ट ਵੱਲੋਂ ਡਿਗਰੀ ਪਾਸ ਕਰ ਦਿੱਤੀ ਜਾਂਦੀ ਹੈ ਜਿਹਨੂੰ ਅਪੀਲੈਂਟ ਦੇ ਵਿੱਚ ਕਹਿੰਦੇ ਹਾਂ ਅਸੀਂ ਅਪੀਲੈਂਟ ਡਿਗਰੀ। 34th ਕਿਹਾ ਗਿਆ डिसेंट टू बी रिकॉर्डेड, ਜਿੱਥੇ ਕਿਤੇ ਇੱਕ ਜਾਂ ਦੋ ਤੋਂ ਵੱਧ ਜੱਜ ਕੋਈ ਅਪੀਲ ਸੁਣ ਰਹੇ ਹੁੰਦੇ ਨੇ, where the appeal is heard by more judges than one, any judge dissenting from the judgment। ਜੇ ਕੋਈ ਜੱਜ ਹੈ ਉਹ ਸਹਿਮਤ ਨਹੀਂ ਹੈਗਾ ਦੋ ਜੱਜਾਂ ਦੇ ਨਾਲ ਤਾਂ ਉਹ ਆਪਣਾ ਜਿਹੜਾ ਫੈਸਲਾ ਹੈਗਾ ਉਹ ਲਿਖ ਦਿੰਦਾ ਹੈ, ਆਪਣੇ ਫਿਰ ਸਾਈਨ ਕਰਦਾ ਵੀ ਮੈਂ ਇਹ ਚਾਹੁੰਦਾ ਸੀਗਾ। ਬੇਸ਼ੱਕ ਜਜਮੈਂਟ ਜਿਹੜੀ ਹੈਗੀ ਆ ਉਹ ਸੁਣਾਈ ਗਈ ਹੈ, ਦੂਜੇ ਦੋ ਜੱਜਾਂ ਨੇ ਕੋਈ ਹੋਰ ਜਜਮੈਂਟ ਸੁਣਾਈ ਹੈ, ਪਰ ਜਿਹੜਾ ਜੱਜ ਜਿਹੜਾ ਮਤਭੇਦ ਕੋਈ ਰੱਖਦਾ ਹੈਗਾ ਤਾਂ ਉਹ ਆਪਣਾ ਜਿਹੜਾ ਹੈਗਾ ਫੈਸਲਾ ਲਿਖ ਦਿੰਦਾ ਹੈ। ਕੋਰਟ ਸ਼ੈਲ ਸਟੇਟ ਇਨ ਰਾਈਟਿੰਗ ਦਾ ਡਿਸੀਜਨ ਔਰ ਆਰਡਰ ਵਿਚ ਹੀ ਥਿੰਕਸ ਸ਼ੁੱਡ ਬੀ ਪਾਸਡ, ਲਿਖਦਾ ਵੀ ਇਹ ਹੋਣਾ ਚਾਹੀਦਾ ਸੀ ਆਰਡਰ। ਡਿਗਰੀ ਇਨ ਅਪੀਲ, ਡੇਟ ਐਂਡ ਕੰਟੈਂਟਸ ਆਫ ਦਾ ਡਿਗਰੀ, ਦਾ ਡਿਗਰੀ ਆਫ ਦਾ ਅਪੀਲੈਂਟ ਕੋਰਟ ਸ਼ੈਲ ਵੀਅਰ ਡੇਟ ਹੋਈ ਹੋਏਗੀ, copies of judgment and decree to be finished the parties ਕਾਪੀਆਂ ਦਿੱਤੀਆਂ ਸਰਟੀਫਿਕੇਟ ਕਾਪੀ ਡਿਗਰੀ ਟੂ ਬੀ ਸੈਂਟ ਤਾਂ ਕੋਰਟ ਫਿਰ ਦੀ ਕਾਪੀ ਜਿਹੜੀ ਹੈਗੀ ਆ ਲੋਅਰ ਕੋਰਟ 'ਚ ਵੀ ਭੇਜ ਦਿੱਤੀ ਜਾਂਦੀ ਹੈ ਜੋ ਫੈਸਲਾ ਕੋਰਟ ਵੱਲੋਂ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹਦੇ ਨਾਲ ਹੀ ਤੁਹਾਡਾ ਜਿਹੜਾ ਹੈਗਾ ਇਹ CPC ਖਤਮ ਹੋ ਜਾਂਦੀ ਹੈ। ਆਹ ਪੇਪਰ ਨੰਬਰ 6 ਦਾ ਜਿਹੜਾ ਲੈਕਚਰ ਹੋਏਗਾ ਸਾਡਾ ਉਹ ਹੋਏਗਾ ਐਵੀਡੈਂਸ ਐਕਟ ਹੋਏਗਾ। किस का कोई क्वेश्चन है जी, कर सकते हो। लेक्चर किहड़ा होएगा, कल ਅਸੀਂ ਪੜਾਂਗੇ ਜੀ ਐਡਮਿਨਿਸਟ੍ਰੇਟਿਵ ਮੈਨੂਅਲ।
ठीक है जी, कल इसी टाइम पे पेपर नंबर पेपर नंबर 3 किस का कोई क्वेश्चन है कर सकते हो जी। ओके, क्लास इज ओवर, थैंक यू वेरी मच। Thank you, sir. Thank you, sir.